श्री नानक पद पंकज बंदन पद पंकज बंदन सिमरो अंगद दोखन कंदन अमरदास गुर हृदय त्यावजे हृदय त्याव श्री गुरु रामदास गुण गावा गुर अर्जन विघ्नन के नाशक विघ्नन के नाशक श्री गुरु हरगोबिंद शुभ समत प्रकाशक गुर हर राय नमो कार जोरी नमो कार जोरी श्री हरि कृष्ण मनाए बहोरी तेग बहादुर परम कृपाला जी परम कृपाला दसवें गोविंद सिंह विशाला जिसमें अमृत ज्ञान है मानस भगत वैराग गुरु ग्रंथ साहिब उदर बंदा कर अनुराग श्री गुरु शब्द कमाए जिन जीते पंच विकार तेन संतन का बंदना शिव जनन परतार एकंकारा सतगुरु प्रसाद सच होए वाहिगुरु जी की फतेह विघ्न विनाशन सोए वाहिगुरु जी की फतेह विघ्न विनाशन सोए सतनाम श्री वाहिगुरु साहिब जी देख गरीबी प्रीत सुभाऊ कर्ण प्रतीत कर्ण पर खाऊ देख गरीबी प्रीत सुभाऊ कर्ण प्रतीत कर्ण पर खाऊ वाहिगुरु जी का खालसा वाहिगुरु जी की फतेह चावड़ छत्र तखत ਦੇ ਮਾਲਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਹਜ਼ੂਰੀ ਅੰਦਰ ਸੱਜ ਕਰਕੇ ਮਿਲ ਬੈਠੀ ਸੰਗਤ ਜੀ ਆਪ ਸਭ ਵੱਡਿਆਂ ਭਾਗਾਂ ਵਾਲੇ ਹੋ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਹਜ਼ੂਰੀ ਅੰਦਰ ਸੱਜ ਕਰਕੇ ਬੈਠੇ ਹੋ ਸਤਿਗੁਰੂ ਸਾਹਿਬ ਜੀਆਂ ਨੇ ਕਿਰਪਾ ਕੀਤੀ ਹੈ ਪਵਿੱਤਰ ਅਸਥਾਨ ਬਾਬਾ ਜੀ ਦੀ ਕੁੱਲੀ ਵਿਖੇ ਚੱਲ ਰਹੀ ਲੜੀਵਾਰ ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਦੀ ਕਥਾ ਦਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਿਰਪਾ ਕਰਨ ਆਪਣੇ ਪਵਿੱਤਰ ਇਤਿਹਾਸ ਦੀ ਕਥਾ ਵਿਚਾਰ ਆਪਣੀ ਕਿਰਪਾ ਦੇ ਨਾਲ ਆਪ ਹੀ ਕਰਵਾ ਲੈਣ ਸੰਗਤ ਜੀ ਆਪ ਜੀ ਇਸ ਸਮੇਂ ਪ੍ਰਸੰਗ ਸਰਵਣ ਕਰ ਰਹੇ ਹੋ ਕਿ ਗੁਰੂ ਅਮਰਦਾਸ ਮਹਾਰਾਜ ਜੀ ਨੇ ਗੋਇੰਦਵਾਲ ਸਾਹਿਬ ਦੀ ਪਵਿੱਤਰ ਧਰਤੀ ਉੱਤੇ ਬੌਲੀ ਸਾਹਿਬ ਦੀ ਉਸਾਰੀ ਕਰਵਾ ਰਹੇ ਹਨ ਕਿਉਂਕਿ ਸਾਹਿਬ ਜੀ ਚਾਹੁੰਦੇ ਹਨ ਕਿ ਜਿੰਨੇ ਵੀ ਸਿੱਖ ਸਾਡੀ ਸੇਵਾ ਕਰਨਗੇ ਬੌਲੀ ਸਾਹਿਬ ਆਣ ਕਰਕੇ ਸੇਵਾ ਕਰਨਗੇ ਉਹਨਾਂ ਦਾ ਜਨਮ ਮਰਨ ਕੱਟਿਆ ਜਾਵੇਗਾ ਉਸੇ ਹੀ ਸੇਵਾ ਦੇ ਵਿੱਚ ਦੋ ਸਿੱਖ ਹਨ ਇੱਕ ਦਾ ਨਾਮ ਇਤਿਹਾਸ ਵਿੱਚ ਰਾਮਾ ਕਰਕੇ ਆਉਂਦਾ ਆ ਦੂਜੇ ਦਾ ਨਾਮ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਕਰਕੇ ਆਉਂਦਾ ਆ ਇਹ ਸੰਗਤ ਜੀ ਦੋਵੇਂ ਹੀ ਗੁਰੂ ਅਮਰਦਾਸ ਮਹਾਰਾਜ ਜੀਆਂ ਦੇ ਘਰ ਦੇ ਜਵਾਈ ਹਨ ਗੁਰੂ ਅਮਰਦਾਸ ਮਹਾਰਾਜ ਜੀਆਂ ਦੀਆਂ ਦੋ ਧੀਆਂ ਹਨ ਬੀਬੀ ਭਾਨੀ ਅਤੇ ਬੀਬੀ ਦਾਨੀ ਦੋਵਾਂ ਹੀ
ਧੀਆਂ ਦੇ ਜੋ ਕੰਤ ਹਨ, ਪਤੀ ਹਨ, ਉਹ ਇੱਕ ਦਾ ਨਾਮ ਭਾਈ ਰਾਮਾ ਹੈ, ਦੂਜੇ ਦਾ ਨਾਮ ਰਾਮਦਾਸ ਹੈ। ਦੋਵੇਂ ਹੀ ਸੇਵਾ ਬੌਲੀ ਸਾਹਿਬ ਦੀ ਕਰਦੇ ਹਨ। ਹੁਣ ਸਿੱਖਾਂ ਦੇ ਮਨ ਵਿੱਚ ਸ਼ੰਕਾ ਕਿ ਸੇਵਾ ਤਾਂ ਦੋਵੇਂ ਕਰਦੇ ਹਨ, ਗੁਰਿਆਈ ਦਾ ਤਿਲਕ ਕਿਸ ਨੂੰ ਮਿਲੇਗਾ। ਆਪਾਂ ਪ੍ਰਸੰਗ ਕੱਲ੍ਹ ਦੀਆਂ ਦੀਵਾਨਾਂ ਵਿੱਚ ਸਰਵਣ ਕੀਤੇ ਸੀ ਕਿ ਸਿੱਖ ਆਪਸ ਵਿੱਚ ਸੋਚਦੇ ਹਨ, ਇੱਕ ਦੂਜੇ ਨਾਲ ਬਹਿਸਦੇ ਹਨ, ਗੱਲਾਂ ਕਰਦੇ ਆ। ਤੇ ਅੱਜ ਸੰਗਤ ਜੀ ਗੁਰੂ ਰਾਮਦਾਸ ਮਹਾਰਾਜ ਜੀ ਹੁਣਾਂ ਦੀ, ਭਾਈ ਰਾਮਾ ਜੀ ਹੁਣਾਂ ਦੀ ਪਰਖ ਪਾਈ ਜਾਵੇਗੀ ਕਿ ਗੁਰਿਆਈ ਦੇ ਤਿਲਕ ਉੱਤੇ ਕੌਣ ਵਿਰਾਜਮਾਨ ਹੋ ਸਕਦਾ ਆ। ਕਿਉਂਕਿ ਸੰਗਤ ਜੀ ਗੁਰੂ ਨਾਨਕ ਦੀ ਗੱਦੀ ਦੀ ਇਹ ਇੱਕ ਪ੍ਰੀਖਿਆ ਹੁੰਦੀ ਆ, ਇੱਕ ਪਰਖ ਹੁੰਦੀ ਆ। ਜਿਹੜਾ ਦਾ ਪਾਰ ਕਰ ਜਾਂਦਾ ਹੈ ਉਸ ਨੂੰ ਹੀ ਗੁਰਿਆਈ ਮਿਲਦੀ ਹੈ। ਸਾਹਿਬ ਜੀ ਕਿਰਪਾ ਕਰਨ, ਆਪਣੀ ਕਥਾ ਆਪਣੀ ਕਿਰਪਾ ਨਾਲ ਆਪ ਕਰਵਾ ਲੈਣ। ਜਿਵੇਂ ਵੀ ਕਥਾ ਆ ਰਹੀਆਂ ਹਨ, ਆਰੰਭਤਾ ਤੋਂ ਪਹਿਲਾਂ ਝੁਕਾਓ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਉਹਨਾਂ ਨੂੰ ਸੀਸ, ਦੋਵੇਂ ਹੱਥ ਜੋੜ ਕਰਕੇ ਸਾਰੀ ਸੰਗਤ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੇਖ ਗਰੀਬੀ ਪ੍ਰੀਤ ਸੁਭਾਉ। ਗੁਰੂ ਰਾਮਦਾਸ ਮਹਾਰਾਜ ਜੀਆਂ ਦਾ ਗਰੀਬੀ ਵਾਲਾ ਸੁਭਾਅ ਸਾਰੇ ਹੀ ਸਿੱਖ ਵੇਖਦੇ ਹਨ। ਕਰਨ ਪ੍ਰਤੀਤ ਤਨ ਪ੍ਰਭਾਉ। ਹੁਣ ਕਹਿੰਦੇ ਕਿ ਇਹ ਬੜੀ ਸੇਵਾ ਕਰਦੇ ਹਨ, ਆਪਣੇ ਹਿਰਦੇ ਵਿੱਚ ਗੁਰੂ ਦਾ ਡਰ ਵੀ ਰੱਖਦੇ ਹਨ। ਧੀਰਜ ਖਿਮਾ ਆਦ ਗੁਣ ਸਾਰੇ। ਸੰਗਤ ਜੀ ਗੁਰੂ ਰਾਮਦਾਸ ਮਹਾਰਾਜ ਜੀਆਂ ਦੇ ਹਿਰਦੇ ਦੇ ਵਿੱਚ ਧੀਰਜ ਵੀ ਆ, ਖਿਮਾ ਵੀ ਹੈ, ਆਦ ਗੁਣ ਸਾਰੇ ਅਤਿਆਦਿਕ ਬੜੇ ਗੁਣ ਹਨ ਗੁਰੂ ਰਾਮਦਾਸ ਮਹਾਰਾਜ ਜੀਆਂ ਦੇ। ਜਿਨ ਤੇ ਗੁਰ ਪ੍ਰਸੰਤਾ ਧਾਰੇ। ਹੁਣ ਸੰਗਤ ਜੀ ਕਹਿੰਦੇ ਕਿ ਐਸੇ ਗੁਣ ਹਨ ਜਿਨ੍ਹਾਂ ਗੁਣਾਂ ਨੂੰ ਵੇਖ ਕਰਕੇ ਗੁਰੂ ਅਮਰਦਾਸ ਮਹਾਰਾਜ ਜੀ ਖੁਸ਼ ਹੁੰਦੇ ਹਨ। ਸੋ ਲਖ ਰਾਮਦਾਸ ਮਨ ਆਸ਼ੇ। ਹੁਣ ਸੰਗਤ ਜੀ ਗੁਰੂ ਰਾਮਦਾਸ ਮਹਾਰਾਜ ਜੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੀ ਗੱਦੀ ਵਾਸਤੇ ਚੰਗੇ ਜਾਣੇ ਜਾਂਦੇ ਹਨ। ਬਹੁਤ ਹੋਏ ਇਹ ਗੁਰ ਪਾਸ਼ੇ। ਹੁਣ ਸੰਗਤ ਜੀ ਬਹੁਤੇ ਸਿੱਖ ਕਹਿੰਦੇ ਆ, ਬਹੁਤੇ ਸਿੱਖ ਕੀ ਕਹਿੰਦੇ ਆ ਕਿ ਗੁਰੂ ਰਾਮਦਾਸ ਮਹਾਰਾਜ ਜੀਆਂ ਦੇ ਹਿਰਦੇ ਵਿੱਚ ਪ੍ਰੇਮ ਬਹੁਤ ਜ਼ਿਆਦਾ ਆ, ਜਿਹਦੇ ਕਾਰਨ ਗੁਰੂ ਅਮਰਦਾਸ ਮਹਾਰਾਜ ਜੀ ਬੜੇ ਖੁਸ਼ ਹਨ। ਖੁਸ਼ੀ ਨੂੰ ਜਿਵੇਂ ਵੇਖਦੇ ਹਨ, ਸਿੱਖ ਕਹਿੰਦੇ ਕਿ ਗੁਰਿਆਈ ਦਾ ਤਿਲਕ ਗੁਰੂ ਰਾਮਦਾਸ ਮਹਾਰਾਜ ਜੀਆਂ ਨੂੰ ਮਿਲੇਗਾ। ਹਰ ਪ੍ਰਸੰਨਤਾ ਗੁਰ ਕੀ ਦੇਖੈ। ਹੁਣ ਕਹਿੰਦੇ ਕਿ ਗੁਰੂ ਦੀ ਜਿਹੜੀ ਪ੍ਰਸੰਨਤਾ ਆ ਉਹ ਸਾਰੇ ਹੀ ਸਿੱਖ ਵੇਖਦੇ ਹਨ ਗੋਇੰਦਵਾਲ ਸਾਹਿਬ ਦੀ ਧਰਤੀ ਤੇ। ਕਿਉਂਕਿ ਦੋ ਹਨ, ਇੱਕ ਹਨ ਭਾਈ ਰਾਮਾ ਜੀ, ਦੂਜੇ ਗੁਰੂ ਰਾਮਦਾਸ ਮਹਾਰਾਜ। ਦੋਵਾਂ ਵਿੱਚੋਂ ਖੁਸ਼ ਕਹਿੰਦੇ ਹਨ ਕਿ ਗੁਰੂ ਰਾਮਦਾਸ ਮਹਾਰਾਜ ਜੀਆਂ ਉੱਤੇ ਗੁਰੂ ਅਮਰਦਾਸ ਮਹਾਰਾਜ ਹਨ। ਹੁਣ ਕਹਿੰਦੇ ਕਿ ਇਹਨਾਂ ਉੱਤੇ ਹੀ ਸਤਿਗੁਰੂ ਸਾਹਿਬ ਜੀ ਪ੍ਰਸੰਨ ਹੁੰਦੇ ਹਨ, ਖੁਸ਼ ਹੁੰਦੇ ਹਨ। ਆਸ ਅਨੁਮਾਨ ਕਰਤ ਸਿੱਖ ਬਿਰਤੇ। ਸੰਗਤ ਜੀ ਇਸ ਤਰੀਕੇ ਨਾਲ ਕਹਿੰਦੇ ਕਿ ਅਨੁਮਾਨ ਲਾਉਂਦੇ ਆ, ਆਪਣੇ ਤਰੀਕੇ ਨਾਲ ਸੋਚਦੇ ਆ ਕਿ ਕਿਹਨਾਂ ਨੂੰ ਗੁਰਿਆਈ ਮਿਲੇਗੀ। ਹੁਣ ਸੰਗਤ ਜੀ ਦੋ ਪਾਰਟੀਆਂ, ਇੱਕ ਪਾਰਟੀ ਦੇ ਵਿੱਚ ਜਿਹੜੇ ਸਿੱਖ ਆ ਉਹ ਕਹਿੰਦੇ ਆ ਕਿ ਭਾਈ ਰਾਮਾ ਜੀ ਉਹਨਾਂ ਨੂੰ ਗੁਰਿਆਈ ਮਿਲੇਗੀ। ਦੂਜੇ ਪਾਸੇ ਦੂਜੀ ਪਾਰਟੀ ਦੇ ਵਿੱਚ ਜਿਹੜੇ ਸਿੱਖ ਆ ਉਹ ਕਹਿੰਦੇ ਨਹੀਂ, ਗੁਰੂ ਰਾਮਦਾਸ ਮਹਾਰਾਜ ਜੀ ਨੂੰ ਗੁਰਿਆਈ ਮਿਲੇਗੀ। ਕਹਿੰਦੇ ਕਿ ਸਿੱਖਾਂ ਦੇ ਮਨ ਵਿੱਚ ਸੰਦੇਹ ਪੈ ਗਿਆ, ਸ਼ੰਕਾ ਪੈ ਗਈ ਹੈ ਕਿ ਗੁਰਿਆਈ ਦਾ ਤਿਲਕ ਕਿਸ ਨੂੰ ਮਿਲੇਗਾ। ਹੁਣ ਸੰਗਤ ਜੀ ਇੱਕ ਦਿਨ ਕਹਿੰਦੇ ਕਿ ਗੁਰੂ ਅਮਰਦਾਸ ਮਹਾਰਾਜ ਜੀਆਂ ਦੇ ਕੋਲ ਦਰਸ਼ਨ ਕਰਤ ਭਈ ਸਿੱਖ ਭੀੜ। ਸਿੱਖਾਂ ਦੀ ਬੜੀ ਵੱਡੀ ਭੀੜ ਇਕੱਠੀ ਹੋਈ ਗੁਰੂ ਅਮਰਦਾਸ ਮਹਾਰਾਜ ਜੀਆਂ ਦੇ ਦਰਸ਼ਨ ਕਰਨ ਦੇ ਵਾਸਤੇ। ਹੁਣ ਸੰਗਤ ਜੀ ਕਹਿੰਦੇ ਹਨ ਕਿ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਹੁਣੀ ਉੱਥੇ ਵਿਰਾਜਮਾਨ ਸਨ। ਜਿਹੜੇ ਸਿੱਖ ਉਹਨਾਂ ਵਿੱਚ ਮੇਨ ਸਨ, ਜਿਹੜੇ ਜਾਣੀ ਕਿ ਆਪਣੇ ਆਪਣੇ ਜਥੇ ਦੇ ਜਿਹੜੇ ਜਥੇਦਾਰ ਸਨ ਉਹ ਬੋਲੇ ਹਨ। ਸੋ ਬੋਲੇ ਸ੍ਰੀ ਸਤਿਗੁਰ ਪਾਹੂ। ਉਹ ਗੁਰੂ ਅਮਰਦਾਸ ਮਹਾਰਾਜ ਜੀਆਂ ਨੂੰ ਆਖਣ ਲੱਗੇ, ਹੱਥ ਜੋੜ ਕਰ ਬਿਨਤੀ ਠਾਣੀ। ਹੱਥ ਜੋੜ ਕਰਕੇ ਜਿਹੜੇ ਮੁਖੀ ਬੰਦੇ ਸੀ ਨਾ, ਉਹ ਮੁਖੀ ਬੰਦੇ ਗੁਰੂ ਅਮਰਦਾਸ ਮਹਾਰਾਜ ਜੀਆਂ ਨੂੰ ਹੱਥ ਜੋੜ ਕੇ ਕਹਿੰਦੇ ਹਨ, ਸਰਬੱਗੇ ਆਪ ਸਦਾ ਗੁਣ ਖਾਨੀ। ਗੁਰੂ ਅਮਰਦਾਸ ਮਹਾਰਾਜ ਜੀ ਤੁਸੀਂ ਸਰਬੱਗ ਹੋ, ਤੁਸੀਂ ਤਾਂ ਗੁਨਾਹ ਦੇ ਖਜ਼ਾਨੇ ਹੋ। ਇਹ ਸੋ ਨਹੀਂ ਸਨੇਹ ਤੁਮਾਰਾ।
ਕੋਈ ਵੀ ਐਸਾ ਸਿੱਖ ਨਹੀਂ ਆ ਜਿਹੜੇ ਸਿੱਖ ਦਾ ਤੁਹਾਡੇ ਨਾਲ ਪ੍ਰੇਮ ਨਾ ਹੋਵੇਗਾ। ਸਤਿਗੁਰੂ ਜੀ ਸਾਰੇ ਹੀ ਸਿੱਖ ਇਸ ਸਮੇਂ ਤੁਹਾਡੇ ਨਾਲ ਬੜਾ ਪਿਆਰ ਕਰਦੇ ਹਨ। ਕੇਵਲ ਸੇਵਕ ਬਸ ਅਨੁਸਾਰਾ। ਤੇ ਤੁਸੀਂ ਵੀ ਸਤਿਗੁਰੂ ਜੀ ਕੇਵਲ ਆਪਣੇ ਸੇਵਕਾਂ ਦੇ ਵਸੀਕਾਰ ਰਹਿੰਦੇ ਹੋ, ਕਿਉਂਕਿ ਜਿਹੜਾ ਪ੍ਰੇਮ ਕਰਦਾ ਗੁਰੂ ਅਮਰਦਾਸ ਮਹਾਰਾਜ ਜੀ ਉਹਨਾਂ ਦੀ ਹਰੇਕ ਇੱਛਾ ਨੂੰ ਪੂਰੀ ਕਰਦੇ ਆ। ਸਿੱਖ ਕਹਿੰਦੇ ਸਤਿਗੁਰੂ ਜੀ ਸਾਰੇ ਸਿੱਖ ਤੁਹਾਡੇ ਨਾਲ ਪ੍ਰੇਮ ਕਰਦੇ ਆ ਤੇ ਤੁਸੀਂ ਸਿੱਖਾਂ ਦੀ ਹਰੇਕ ਗੱਲ ਮੰਨ ਲੈਂਦੇ ਹੋ। ਸ੍ਰੀ ਨਾਨਕ ਤਜ ਸੁਧ ਗੁਣ ਖਾਨੀ। ਤਾਂ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕਹਿੰਦੇ ਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਉਹਨਾਂ ਨੇ ਆਪਣੇ ਪੁੱਤਰ ਨੂੰ ਛੱਡ ਕਰਕੇ ਦਾਸ ਬਿਠਾਇਆ ਹੋ ਆਪਣੇ ਸਥਾਨੇ। ਸਤਿਗੁਰੂ ਜੀ ਨਾਨਕ ਦੇਵ ਮਹਾਰਾਜ ਜੀ ਨੇ ਤੇ ਆਪਣੇ ਪੁੱਤਰ ਨੂੰ ਗੁਰਿਆਈ ਨਹੀਂ ਸੀ ਦਿੱਤੀ, ਆਪਣੇ ਪੁੱਤਰ ਨੂੰ ਛੱਡ ਕਰਕੇ ਆਪਣੇ ਦਾਸ ਨੂੰ ਗੁਰਿਆਈ ਦਿੱਤੀ ਸੀ, ਜਾਨੀ ਕਿ ਭਾਈ ਲਹਿਣਾ ਜੀ ਉਹਨਾਂ ਨੂੰ, ਗੁਰੂ ਅੰਗਦ ਦੇਵ ਮਹਾਰਾਜ ਜੀ ਉਹਨਾਂ ਨੂੰ ਗੁਰਿਆਈ ਮਿਲੀ ਸੀ। ਇਸੇ ਤਰੀਕੇ ਨਾਲ ਗੁਰੂ ਅੰਗਦ ਦੇਵ ਮਹਾਰਾਜ ਜੀਆਂ ਦੇ ਕੋਲ ਰਹਿ ਕਰਕੇ ਤੁਸੀਂ ਸੇਵਾ ਕੀਤੀ ਹੈ। ਤੇ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਫਿਰ ਤੁਸੀਂ ਗੁਰੂ ਅੰਗਦ ਦੇਵ ਮਹਾਰਾਜ ਜੀ ਕੋਲੋਂ ਗੁਰਿਆਈ ਲਈ। ਕਿਉਂਕਿ ਤੁਸੀਂ ਸੇਵਾ ਕੀਤੀ ਸੀ, ਤੁਹਾਡੀ ਸੇਵਾ ਉੱਤੇ ਖੁਸ਼ ਹੋ ਕਰਕੇ ਸਤਿਗੁਰੂ ਸਾਹਿਬ ਜੀ ਉਹਨਾਂ ਨੇ ਤੁਹਾਨੂੰ ਗੁਰਿਆਈ ਬਖਸ਼ਿਸ਼ ਕੀਤੀ ਸੀ। ਮੇਰੇ ਅਨੁਸਾਰ ਪੁੱਤਰ ਨਹੀਂ ਜਾਣੇ। ਸਤਿਗੁਰੂ ਸਾਹਿਬ ਜੀ ਇਸੇ ਤਰੀਕੇ ਨਾਲ ਆਪਣੇ ਪੁੱਤਰ ਨਹੀਂ ਜਾਣੇ। ਉਹਨਾਂ ਨੇ ਜਾਣ ਲਿਆ ਕਿ ਅਮਰਦਾਸ, ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਜਾਣਿਆ ਸੀ ਕਿ ਅਮਰਦਾਸ ਮਹਾਰਾਜ ਗੁਰਿਆਈ ਦੇ ਲਾਇਕ ਹਨ। ਕਿਉਂਕਿ ਜਿਹੜੇ ਗੁਰੂ ਅੰਗਦ ਦੇਵ ਮਹਾਰਾਜ ਜੀਆਂ ਦੇ ਪੁੱਤਰ ਸਨ ਉਹ ਕਿਸੇ ਗੱਲ ਨੂੰ ਜਰਨ ਵਿੱਚ ਨਹੀਂ ਸੀ ਆਉਂਦੇ, ਹਰੇਕ ਗੱਲ ਉੱਤੇ ਗੁੱਸਾ ਕਰ ਜਾਂਦੇ ਸੀ। ਤੇ ਸਤਿਗੁਰੂ ਸਾਹਿਬ ਜੀਆਂ ਨੇ ਸੋਚ ਲਿਆ ਗੁਰਿਆਈ ਦਾ ਤਿਲਕ ਜਿਸ ਨੂੰ ਮਿਲਣਾ ਆ ਉਹ ਸਾਰਿਆਂ ਦੀ ਗੱਲ ਨੂੰ ਸਹਿਣ ਵਾਲਾ ਹੋਣਾ ਚਾਹੀਦਾ। ਉਹ ਸੀ ਗੁਰੂ ਅਮਰਦਾਸ ਮਹਾਰਾਜ। ਸਤਿਗੁਰੂ ਸਾਹਿਬ ਜੀ ਉਸੇ ਹੀ ਤਰ੍ਹਾਂ ਦਾ ਸੁਭਾਅ ਤੁਹਾਡਾ ਹੁਣ ਜਾਣਿਆ ਜਾਂਦਾ ਹੈ। ਸਤਿਗੁਰੂ ਸਾਹਿਬ ਜੀ ਆਪਣੇ ਦਾਸਾਂ ਦੇ ਵਸੀਕਾਰ ਹੋ ਕਰਕੇ ਤੁਸੀਂ ਉਹਨਾਂ ਨੂੰ ਗੁਰਿਆਈ ਦਿੰਦੇ ਹੋ। ਹੁਣ ਸਿੱਖ ਕਹਿੰਦੇ ਗੁਰੂ ਅਮਰਦਾਸ ਮਹਾਰਾਜ ਤੁਹਾਡੇ ਕੋਲ ਦੋ ਸਿੱਖ ਹਨ। ਸੇਵਕ ਕੀ ਵਿਸਾਲ ਹੈ ਤੇਰੀ। ਦੋ ਸੇਵਕ ਹਨ ਜਿਹੜੇ ਬੜੀ ਵੱਡੀ ਸੇਵਾ ਕਰਦੇ ਆ। ਸਭ ਤੋਂ ਵੱਡੀ ਸੇਵਾ ਬੋਲੀ ਸਾਹਿਬ ਦੇ ਵਿੱਚ ਕਹਿੰਦੇ ਕਿ ਭਾਈ ਰਾਮਾ ਜੀ ਉਹਨਾਂ ਦੀ ਤੇ ਗੁਰੂ ਰਾਮਦਾਸ ਮਹਾਰਾਜ ਜੀਆਂ ਦੀ ਹੁੰਦੀ ਸੀ। ਕਿਉਂਕਿ ਕਹਿੰਦੇ ਆਪ ਵੀ ਸੇਵਾ ਕਰਦੇ ਸੀ ਤੇ ਦੂਜਿਆਂ ਸਿੱਖਾਂ ਨੂੰ ਕਹਿ ਕੇ ਵੀ ਕਰਾਉਂਦੇ ਸੀ। ਫਿਰ ਇਹ ਅੰਮ੍ਰਿਤ ਵੇਲਾ ਹੋ ਕਰਕੇ ਜਿੰਨੀਆਂ ਕਈਆਂ ਹੁੰਦੀਆਂ ਸੀ, ਬਾਲਟੇ ਹੁੰਦੇ ਸੀ, ਉਹਨਾਂ ਨੂੰ ਸਾਰੇ ਸਿੱਖਾਂ 'ਚ ਵੰਡਦੇ ਸੀ। ਤੇ ਸ਼ਾਮ ਵੇਲੇ ਕਹਿੰਦੇ ਟੋਕਰੀਆਂ ਉਹ ਕਈਆਂ ਬਾਲਟੇ ਇਕੱਠੇ ਕਰਕੇ ਧੋ ਕਰਕੇ ਮਾਂਜ ਕਰਕੇ ਵਾਪਸ ਰੱਖਦੇ ਸੀ। ਸਭ ਤੋਂ ਲੰਮੀ ਸੇਵਾ ਭਾਈ ਰਾਮਾ ਜੀ ਉਹਨਾਂ ਦੀ ਤੇ ਗੁਰੂ ਰਾਮਦਾਸ ਮਹਾਰਾਜ ਜੀਆਂ ਦੀ ਜਾਣੀ ਜਾਂਦੀ ਸੀ। ਆਪ ਵੀ ਸੇਵਾ ਕਰਦੇ ਸੀ, ਦੂਜਿਆਂ ਕੋਲੋਂ ਵੀ ਕਰਾਉਂਦੇ ਸੀ। ਫਿਰ ਸਿੱਖਾਂ ਦੇ ਵਾਸਤੇ ਇਹ ਲੰਗਰ ਵੀ ਬਣਾਉਂਦੇ ਸੀ ਤੇ ਸਿੱਖਾਂ ਨੂੰ ਲੰਗਰ ਛਕਾਉਂਦੇ ਵੀ ਸੀ। ਜਿਹੜੇ ਸਿੱਖ ਸੇਵਾ ਕਰਦੇ ਸੀ ਉਹਨਾਂ ਵਿੱਚ ਗੁਰੂ ਰਾਮਦਾਸ ਮਹਾਰਾਜ ਭਾਈ ਰਾਮਾ ਜੀ ਹੁਣੀ ਜਲ ਵੀ ਵਰਤਾਉਂਦੇ ਸੀ। ਹੁਣ ਸਿੱਖ ਕਹਿਣ ਲੱਗੇ ਗੁਰੂ ਅਮਰਦਾਸ ਮਹਾਰਾਜ ਦੋ ਸਿੱਖ ਹਨ, ਇੱਕ ਹਨ ਭਾਈ ਰਾਮਾ ਜੀ, ਦੂਜੇ ਆ ਗੁਰੂ ਅਮਰਦਾਸ ਮਹਾਰਾਜ। ਤੁਸੀਂ ਸਾਨੂੰ ਦੱਸੋ ਇਹ ਵੱਡੀ ਸੇਵਾ ਵਾਲੇ ਹਨ। ਦੋਵੇਂ ਵੱਡੀ ਸੇਵਾ ਵਾਲੇ ਆ ਤੇ ਸੇਵਾ ਕਰਦੇ ਵੀ ਬੜੇ ਪ੍ਰੇਮ ਨਾਲ ਹਨ। ਸਤਿਗੁਰੂ ਸਾਹਿਬ ਜੀ ਇਹ ਤਾਂ ਬੜੀ ਵੱਡੀ ਕਮਾਈ ਕਰਦੇ ਆ। ਇਹ ਹਰੇਕ ਸਮੇਂ ਹੀ ਤੁਹਾਡੀ ਸੇਵਾ ਕਰਦੇ ਆ। ਕਦੀ ਵੀ ਇਹਨਾਂ ਨੇ ਇਹ ਨਹੀਂ ਆਖਿਆ ਕਿ ਰਾਤ ਦਾ ਸਮਾਂ ਹੋ ਗਿਆ ਅਸੀਂ ਹੁਣ ਕੋਈ ਕੰਮ ਨਹੀਂ ਕਰਨਾ। ਕਦੀ ਵੀ ਇਹ ਨਹੀਂ ਆਖਿਆ ਕਿ ਹੁਣ ਅੰਮ੍ਰਿਤ ਵੇਲਾ ਅਜੇ ਅਸੀਂ ਗੁਰਬਾਣੀ ਪੜ੍ਹਨੀ ਸੇਵਾ ਨਹੀਂ ਕਰਨੀ। ਨਹੀਂ, ਭਾਈ ਰਾਮਾ ਜੀ ਹੁਣੀ ਗੁਰੂ ਰਾਮਦਾਸ ਮਹਾਰਾਜ ਜੀ ਉਹਨਾਂ ਨੂੰ ਜਦੋਂ ਵੀ ਕਹਿੰਦੇ ਕਿ ਸੇਵਾ ਵਾਸਤੇ ਦੋਵਾਂ ਸਿੱਖਾਂ ਨੂੰ ਕਹਿੰਦੇ ਸੀ, ਉਸ ਸਮੇਂ ਇਹ ਦੋਵੇਂ ਸਿੱਖ ਹੀ ਬੜੀ ਸੇਵਾ ਕਰਦੇ ਸਨ। ਗੁਰੂ ਦੀ ਸੰਗਤ ਦੀ ਸੇਵਾ ਸਤਿਗੁਰੂ ਸਾਹਿਬ ਜੀ ਇਹ ਕਰਦੇ ਹਨ। ਸਤਿਗੁਰੂ ਸਾਹਿਬ ਜੀ ਇਹ ਤੁਹਾਡੀ ਬੌਲੀ ਸਾਹਿਬ ਦੀ ਜਿਹੜੀ ਸੇਵਾ ਆ ਇਹ ਬੜੇ ਸੋਹਣੇ ਤਰੀਕੇ ਨਾਲ ਕਰ ਰਹੇ ਹਨ। ਸਤਿਗੁਰੂ ਸਾਹਿਬ ਜੀ ਵੈਸੇ ਤਾਂ ਤੁਹਾਡੇ ਲਈ ਸਾਰੇ ਇੱਕ ਸਮਾਨ ਹਨ, ਪਰ ਸਾਨੂੰ ਸੰਸਾ ਪੈ ਗਈ ਆ, ਸਾਨੂੰ ਭੁਲੇਖਾ ਪਈ ਜਾਂਦਾ ਕਿ ਗੁਰਿਆਈ ਕਿਸ ਨੂੰ ਮਿਲੇਗੀ।
ਸਾਡੇ ਮਨ ਦੇ ਵਿੱਚ ਇੱਕ ਵਹਿਮ ਪੈ ਗਿਆ ਹੈ। ਕਈ ਸਿੱਖ ਕਹਿੰਦੇ ਰਾਮੀ ਨੂੰ ਮਿਲੇਗੀ, ਕਈ ਕਹਿੰਦੇ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਗੁਰਿਆਈ ਮਿਲੇਗੀ। ਸਤਿਗੁਰ ਪੂਰਨ ਸਰਬ ਸਮਾਨ। ਸਤਿਗੁਰੂ ਸਾਹਿਬ ਜੀ ਤੁਸੀਂ ਪੂਰਨ ਹੋ, ਸਾਰਿਆਂ ਹੀ ਕੰਮਾਂ ਦੇ ਵਿੱਚ ਤੁਸੀਂ ਵੱਡੇ ਹੋ। ਏਕ ਦ੍ਰਿਸ਼ਟ ਸਭ ਪਰ ਬ੍ਰਹਮ ਗਿਆਨ। ਤੇ ਤੁਸੀਂ ਆਪਣੀ ਬ੍ਰਹਮ ਗਿਆਨੀਆਂ ਵਾਲੀ ਜਿਹੜੀ ਦ੍ਰਿਸ਼ਟੀ ਆ ਨਾ, ਉਹ ਸਾਰਿਆਂ ਉੱਤੇ ਇੱਕ ਸਮਾਨ ਪਾਉਂਦੇ। ਸਾਰੀਆਂ ਗੱਲਾਂ ਸਿੱਖ ਕਹਿੰਦੇ ਆ ਗੁਰੂ ਅਮਰਦਾਸ ਮਹਾਰਾਜ ਜੀ ਨੂੰ। ਸਤਿਗੁਰੂ ਸਾਹਿਬ ਜੀ ਤੁਸੀਂ ਸਾਰਿਆਂ ਨੂੰ ਇੱਕ ਸਮਾਨ ਮੰਨਦੇ ਹੋ, ਤੁਹਾਡੇ ਵਾਸਤੇ ਸਾਰੇ ਇੱਕੋ ਜਿਹੇ ਆ, ਪਰ ਸੇਵਾ ਦੋ ਸਿੱਖ ਜਿਆਦੀ ਕਰਦੇ ਆ। ਸਾਨੂੰ ਇਹ ਸ਼ੰਕਾ ਪਈ ਆ ਕਿ ਗੁਰਿਆਈ ਕਿਸ ਨੂੰ ਮਿਲੇਗੀ। ਵਾਦੇ ਆਪਸ ਨਹੀਂ ਹਮ ਐਸੇ। ਸਤਿਗੁਰੂ ਜੀ ਅਸੀਂ ਤਾਂ ਸਦਾ ਹੀ ਝਗੜੇ ਦੇ ਵਿੱਚ ਲੜਦੇ ਰਹਿੰਦੇ ਆ, ਇਹ ਭਰਮ ਦੇ ਵਿੱਚ ਹਮੇਸ਼ਾ ਝਗੜਦੇ ਰਹਿੰਦੇ ਆ। ਕਈ ਸਿੱਖ ਗੱਲਾਂ ਕਰਦੇ ਨਹੀਂ ਕਿ ਰਾਮਾ ਨੂੰ ਮਿਲੇਗੀ ਗੁਰਿਆਈ, ਹੁਣ ਕਈ ਕਹਿੰਦੇ ਨਹੀਂ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਮਿਲੇਗੀ। ਉਹ ਕਹਿੰਦੇ ਸਭਾ ਦੇ ਵਿੱਚ ਕਈ ਵਾਰੀ ਲੜਾਈ ਹੋ ਜਾਇਆ ਕਰਦੀ ਸੀ, ਤੇ ਇਹ ਸਿੱਖ ਕਹਿੰਦੇ ਸਤਿਗੁਰੂ ਜੀ ਅਸੀਂ ਤਾਂ ਇਸ ਗੱਲ ਤੋਂ ਰੋਜ਼ ਹੀ ਲੜ ਪੈਂਦੇ ਹਾਂ। ਦੋਨੋਂ ਦੀਖਤ ਹੈ ਇੱਕ ਜੈਸੇ। ਸਤਿਗੁਰੂ ਜੀ ਸਾਨੂੰ ਤਾਂ ਦੋਵੇਂ ਇੱਕੋ ਜਿਹੇ ਦਿਸਦੇ ਆ, ਇਹਨਾਂ ਦੀ ਸੇਵਾ ਦੇ ਵਿੱਚ ਕੋਈ ਫਰਕ ਨਹੀਂ ਹੈ। ਜਿੰਨੀ ਸੇਵਾ ਗੁਰੂ ਰਾਮਦਾਸ ਮਹਾਰਾਜ ਕਰਦੇ ਉਨੇ ਹੀ ਭਾਈ ਰਾਮਾ ਜੀ ਕਰਦੇ ਹਨ। ਕਿਰਪਾ ਦ੍ਰਿਸ਼ਟ ਤੁਮ ਧਾਰਨ ਕਰੋ। ਸਿੱਖ ਕਹਿਣ ਲੱਗੇ ਸਤਿਗੁਰੂ ਜੀ ਹੁਣ ਕਿਰਪਾ ਕਰਨੀ ਕਰੋ ਸਾਡੇ ਉੱਤੇ। ਇੱਕ ਸਮ ਦੋਨ ਹੋ ਸੋ ਹਿਤ ਧਰੋ। ਹੁਣ ਸਾਨੂੰ ਇਹ ਦੱਸੋ ਕਿ ਇੱਕ ਸਮਾਨ ਹੀ ਸਾਰਿਆਂ ਨੇ ਤੁਹਾਡੇ ਵਾਸਤੇ ਪਿਆਰ ਕੀਤਾ ਹੈ। ਉਹ ਦੇਖੀਏ ਤਬ ਕਬ ਐਸੇ। ਕਈ ਵਾਰੀ ਅਸੀਂ ਇਸ ਤਰੀਕੇ ਨਾਲ ਵੇਖਦੇ ਹਾਂ ਰਾਮਦਾਸ ਪਰ ਹੋਏ ਬਹੁ ਜੈਸੇ। ਤੇ ਗੁਰੂ ਰਾਮਦਾਸ ਮਹਾਰਾਜ ਜੀ ਵਰਗਾ ਕੋਈ ਨਹੀਂ ਹੈ। ਸੋ ਵੀ ਸੇਵਾ ਕਰੇ ਧਨੇਰੀ। ਕਿਉਂਕਿ ਗੁਰੂ ਰਾਮਦਾਸ ਮਹਾਰਾਜ ਜੀ ਵੀ ਬੜੀ ਸੇਵਾ ਕਰਦੇ ਹਨ। ਸਿੱਖ ਕਹਿੰਦੇ ਕਿ ਸਾਨੂੰ ਕਈ ਵਾਰੀ ਲੱਗਦਾ ਕਿ ਗੁਰੂ ਰਾਮਦਾਸ ਮਹਾਰਾਜ ਜੀ ਵਰਗਾ ਕੋਈ ਸਿੱਖ ਹੀ ਨਹੀਂ ਹੈ। ਦੇਖਣ ਲੱਗਿਓ ਰਹਿਤ ਬਿਨ ਬੇਰੀ। ਉਹ ਤਾਂ ਸਤਿਗੁਰੂ ਜੀ ਦਿਨ ਰਾਤ ਤੁਹਾਡੀ ਸੇਵਾ ਦੇ ਵਿੱਚ ਹੀ ਲੱਗਾ ਰਹਿੰਦਾ ਹੈ। ਹੁਣ ਸਤਿਗੁਰੂ ਜੀ ਇਹ ਦੱਸੋ ਕਿ ਇਹਨਾਂ ਦੇ ਵਿੱਚ ਵੱਡਾ ਕੌਣ ਹੈ। ਉਹ ਘਰ ਹੈ ਨਿਜ ਬੰਸ ਉਜਾਲਾ। ਸਿੱਖਾਂ ਨੇ ਕਿਹਾ ਸਤਿਗੁਰੂ ਜੀ ਸਾਨੂੰ ਦੱਸੋ ਗੁਰਿਆਈ ਕਿਸ ਨੂੰ ਮਿਲੇਗੀ। ਉਹ ਕੌਣ ਹੋਵੇਗਾ ਜਿਹਦੀ ਵੰਸ਼ ਦੇ ਵਿੱਚ ਹੁਣ ਗੁਰਿਆਈ ਦਾ ਤਿਲਕ ਜਾਵੇਗਾ, ਗੁਰਿਆਈ ਦੀ ਗੱਦੀ ਜਾਵੇਗੀ। ਤਾਰ ਤਮਤਾ ਪ੍ਰੇਮ ਬੁਝਾਵੇ। ਸਤਿਗੁਰੂ ਸਾਹਿਬ ਜੀ ਸਾਨੂੰ ਦੱਸੋ ਕਿ ਵਾਦ ਘਾਟ ਕਿਹਦੇ ਮਨ ਦੇ ਵਿੱਚ ਹੈ, ਕਿਹਦੇ ਪ੍ਰੇਮ ਦੇ ਵਿੱਚ ਘਾਟਾ ਹੈ। ਇਹ ਸਾਰੀਆਂ ਹੀ ਗੱਲਾਂ ਸਿੱਖ ਪੁੱਛਦੇ ਹਨ। ਇਹ ਜਾਣਦੇ ਨੇ ਸਿੱਖ ਸੇਵਕ ਸਾਰੇ। ਸਤਿਗੁਰੂ ਸਾਹਿਬ ਜੀ ਦੱਸੋ ਕਿ ਕਿਸ ਤਰੀਕੇ ਨਾਲ ਅਸੀਂ ਸਾਰਿਆਂ ਸੇਵਕਾਂ ਵਿੱਚੋਂ ਪਰਖ ਕਰੀਏ। ਨਹੀਂ ਆਪ ਵੇਲੇ ਕੇ ਪਛਾਨੂ। ਸਤਿਗੁਰੂ ਸਾਹਿਬ ਜੀ ਤੁਹਾਡੇ ਕਹਿਣ ਦੇ ਨਾਲ ਅਸੀਂ ਸਾਰਾ ਹੀ ਕੁਝ ਪਛਾਣ ਸਕਦੇ ਹਾਂ। ਤੁਸੀਂ ਸਾਨੂੰ ਕਿਰਪਾ ਕਰਕੇ ਦੱਸੋ ਗੁਰਿਆਈ ਦਾ ਤਿਲਕ ਕਿਸ ਨੂੰ ਮਿਲੇਗਾ। ਸਿੱਖ ਬਾਦੇ ਹੋਏ ਸੰਸੈ ਹਾਨੂ। ਸਤਿਗੁਰੂ ਸਾਹਿਬ ਜੀ ਜਦੋਂ ਤੁਸੀਂ ਦੱਸੋਗੇ ਫਿਰ ਸਾਡੇ ਸਾਰੇ ਹੀ ਸ਼ੰਕੇ ਦੂਰ ਹੋ ਜਾਣਗੇ। ਕਿਰਪਾ ਕਰੋ ਚਾਹਤ ਸਭ ਪੁੱਛਾ। ਸਤਿਗੁਰੂ ਸਾਹਿਬ ਜੀ ਕਿਰਪਾ ਕਰੋ ਅਸੀਂ ਜੋ ਪੁੱਛ ਰਹੇ ਹਾਂ ਉਸ ਗੱਲ ਦਾ ਜਵਾਬ ਸਾਨੂੰ ਦਿਓ ਕਿ ਗੁਰਿਆਈ ਦੀ ਗੱਦੀ ਕਿਸ ਨੂੰ ਮਿਲੇਗੀ। ਉਹ ਕਿਹੜੀ ਵੰਸ਼ ਹੋਵੇਗੀ, ਕਿਹੜੀ ਕੁਲ ਹੋਵੇਗੀ ਜਿਸ ਕੁਲ ਦੇ ਵਿੱਚ ਹੁਣ ਗੁਰੂ ਨਾਨਕ ਦੀ ਗੱਦੀ ਦਾ ਵਾਰਸ ਬੈਠਾ ਹੈ। ਸਾਨੂੰ ਤਾਂ ਇਸ ਸਮੇਂ ਦੋ ਸਿੱਖ ਦਿਖਦੇ ਆ। ਇੱਕ ਸਿੱਖ ਆ ਗੁਰੂ ਰਾਮਦਾਸ ਮਹਾਰਾਜ, ਦੂਜੇ ਹਨ ਭਾਈ ਰਾਮਾ ਜੀ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਸਾਨੂੰ ਦੱਸੋ ਗੁਰਿਆਈ ਦਾ ਤਿਲਕ ਕਿਸ ਨੂੰ ਮਿਲੇਗਾ। ਸਾਨੂੰ ਭੁਲੇਖੇ ਪੈਂਦੇ ਹਨ, ਸਾਡੇ ਮਨ ਵਿੱਚ ਸ਼ੰਕਾਵਾਂ ਪੈਂਦੀਆਂ ਹਨ। ਕਿਰਪਾ ਕਰਕੇ ਇਹ ਸ਼ੰਕਿਆਂ ਨੂੰ ਦੂਰ ਕਰ ਦਵੋ ਇੱਕ ਵਾਰੀ ਦੱਸ ਕੇ। ਹੁਣ ਸੰਗਤ ਜੀ ਇਹ ਸਿੱਖਾਂ ਦੇ ਪਾਸੋਂ ਗੱਲ ਸੁਣ ਕਰਕੇ ਤਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਆਖਣ ਲੱਗੇ। ਸਿੱਖਾਂ ਦੇ ਕੋਲੋਂ ਜਦੋਂ ਗੁਰੂ ਅਮਰਦਾਸ ਮਹਾਰਾਜ ਜੀ ਨੇ ਗੱਲ ਸੁਣੀ ਤੇ ਉਸ ਸਮੇਂ ਗੁਰੂ ਅਮਰਦਾਸ ਮਹਾਰਾਜ ਜੀ ਨੇ ਜਾਣ ਲਈ ਕਿ ਹੁਣ ਸਿੱਖਾਂ ਦੇ ਮਨ ਵਿੱਚ ਇਹ ਆ ਕਿ ਸਾਡਾ ਸਰੀਰ ਤਾਂ ਬਿਰਧ ਹੋ ਗਿਆ, ਬਜ਼ੁਰਗ ਹੋ ਗਿਆ, ਅਸੀਂ ਤਾਂ ਸੱਚਖੰਡ ਨੂੰ ਚਲੇ ਜਾਣਾ। ਫਿਰ ਸਿੱਖ ਮਗਰੋਂ ਰੋਂਦੇ ਰਹਿਣਗੇ, ਕਰਲਾਉਂਦੇ ਰਹਿਣਗੇ ਗੁਰਿਆਈ ਕਿਹਦੇ ਕੋਲ ਹੈ। ਸਿੱਖ ਸੁਣਨਾ ਚਾਹੁੰਦੇ ਸੀ ਕਿ ਗੁਰਿਆਈ ਕਿਸ ਨੂੰ ਮਿਲੇਗੀ, ਕਿਉਂਕਿ ਜਦੋਂ ਤੁਸੀਂ ਇਤਿਹਾਸ ਸਰਵਣ ਕੀਤਾ ਸੀ ਤੇ ਤੁਹਾਨੂੰ ਪਤਾ ਨਾ ਕਿ ਇੱਕ ਵਾਰੀ ਸਾਰੇ ਸਿੱਖਾਂ ਦੇ ਮਨ ਵਿੱਚ ਰਾਗ ਆਇਆ ਸੀ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਸੱਚਖੰਡ ਨੂੰ ਗਏ ਸੀ। ਕਿਉਂਕਿ ਪਤਾ ਹੀ ਨਹੀਂ ਸੀ ਕਿ ਗੁਰਿਆਈ ਦਾ ਤਿਲਕ ਕਿਸ ਦੇ ਕੋਲ ਆ।
ਉਹ ਤਾਂ ਬਾਬਾ ਬੁੱਢਾ ਸਾਹਿਬ ਜੀਆਂ ਨੇ ਦੱਸਿਆ ਕਿ ਖਡੂਰ ਸਾਹਿਬ ਦੀ ਧਰਤੀ ਤੇ ਭਾਈ ਲਹਿਣਾ ਜੀ ਗੁਰੂ ਅੰਗਦ ਦੇਵ ਮਹਾਰਾਜ ਜੀ ਹਨ, ਉਹ ਹਨ ਗੁਰੂ ਨਾਨਕ ਦੀ ਗੱਦੀ ਦੇ ਵਾਰਸ। ਪਰ ਇਸ ਸਮੇਂ ਸਿੱਖ ਚਾਹੁੰਦੇ ਆ ਕਿ ਆਪ ਗੁਰੂ ਸਾਨੂੰ ਦੱਸ ਕੇ ਜਾਵੇ ਕਿ ਗੁਰਿਆਈ ਕਿਸ ਦੇ ਕੋਲ ਜਾਵੇਗੀ। ਇਹ ਗੱਲਾਂ ਸੁਣ ਕਰਕੇ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਪਤਾ ਲੱਗ ਗਿਆ ਕਿ ਅਗਲੇ ਆਉਣ ਵਾਲੇ ਗੁਰੂ ਦੀ ਪਛਾਣ ਚਾਹੁੰਦੇ ਹਨ ਸਾਰੇ ਹੀ ਸਿੱਖ। ਉੱਤਰ ਦੇਣ ਉਦਿਤ ਗੁਰ ਭਏ। ਗੁਰੂ ਅਮਰਦਾਸ ਮਹਾਰਾਜ ਜੀ ਉੱਤਰ ਦੇਣ ਦੇ ਵਾਸਤੇ, ਇਹਨਾਂ ਦੀਆਂ ਗੱਲਾਂ ਦੇ ਜਵਾਬ ਦੇਣ ਦੇ ਵਾਸਤੇ ਤਿਆਰ ਹੋਏ ਹਨ। ਦਾਸਨ ਕੋ ਸੁਖ ਦਏ। ਐਸੇ ਗੁਰੂ ਜਿਹੜੇ ਆਪਣੇ ਦਾਸਾਂ ਨੂੰ ਸੁਖ ਦਿੰਦੇ ਹਨ। ਦੋਹਰਾ ਸੁਣ ਸਿੱਖਨ ਕੇ ਬਚਨ ਕੋ ਸੰਸੈ ਸੁਣਿਓ ਵਿਸ਼ਾਲ। ਗੁਰੂ ਅਮਰਦਾਸ ਮਹਾਰਾਜ ਜੀਆਂ ਨੇ ਸਿੱਖਾਂ ਦੀਆਂ ਗੱਲਾਂ ਵੀ ਸੁਣੀਆਂ, ਨਾਲ ਨਾਲ ਸਿੱਖਾਂ ਦੇ ਮਨਾਂ ਵਿੱਚ ਜਿਹੜੇ ਸ਼ੰਕੇ ਸਨ ਉਹ ਵੀ ਸੁਣ ਲਏ। ਕਿਰਪਾ ਦ੍ਰਿਸ਼ਟੀ ਦੇ ਦੇਖ ਕਰ ਬੋਲੇ ਗੁਰੂ ਕਿਰਪਾਲ। ਕਿਰਪਾ ਦ੍ਰਿਸ਼ਟੀ ਦੇ ਨਾਲ ਵੇਖ ਕਰਕੇ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਆਪਣੇ ਮੁਖ ਤੋਂ ਬੋਲੇ ਹਨ। ਕਿਉ ਭਈ ਜਗ ਕੇ ਵਿਖੇ ਏਕ ਨਰ ਨੇਮੀ। ਸਤਿਗੁਰੂ ਜੀ ਕਹਿਣ ਲੱਗੇ ਕਿ ਸੰਸਾਰ ਦੇ ਵਿੱਚ ਇੱਕ ਬੰਦੇ ਹੁੰਦੇ ਆ ਜਿਹੜੇ ਨੇਮੀ ਹੁੰਦੇ ਆ। ਨੇਮੀ ਜਾਣੀ ਕਿ ਜਿਹੜੇ ਮਰਿਆਦਾ ਵਾਲੇ ਹੁੰਦੇ ਹਨ। ਨੇਮ ਨਿਭਾਵਤ ਚਾਹਤ ਸ਼ੀਨੀ। ਉਹ ਹੁੰਦੇ ਹਨ ਜਿਹੜੇ ਆਪਣੀ ਮਰਿਆਦਾ ਨੂੰ ਨਿਭਾ ਕਰਕੇ ਤੇ ਸੰਸਾਰ ਦੇ ਵਿੱਚ ਮੁਕਤੀ ਪਾ ਲੈਂਦੇ ਹਨ। ਇੱਕ ਪ੍ਰੇਮੀ ਨਰ ਨੇਮ ਮਹੀਨਾ। ਉੱਥੇ ਹੀ ਸੰਗਤ ਜੀ ਇੱਕ ਕਹਿੰਦੇ ਕਿ ਪ੍ਰੇਮੀ ਬੰਦਾ ਹੁੰਦਾ ਹੈ, ਗੁਰੂ ਦਾ ਪ੍ਰੇਮੀ, ਜਿਹਦੇ ਕੋਲ ਕੋਈ ਮਰਿਆਦਾ ਨਹੀਂ ਹੁੰਦੀ, ਕੋਈ ਨੇਮ ਨਹੀਂ ਹੁੰਦਾ। ਰਹਿਣ ਦਿਵਸ ਏਕੈ ਲਿਵ ਲੀਨਾ। ਪਰ ਉਹ ਬੰਦਾ ਕਹਿੰਦੇ ਕਿ ਪ੍ਰੇਮ ਵਿੱਚ ਸਦਾ ਹੀ ਲੱਗਾ ਰਹੇ, ਉਹਦੀ ਮਰਿਆਦਾ ਕੋਈ ਨਹੀਂ, ਉਹਦਾ ਕੋਈ ਨੇਮ ਨਹੀਂ, ਕੋਈ ਉਹਦਾ ਨੇਮ ਨਹੀਂ ਹੈ ਕਿ ਮੈਂ ਅੰਮ੍ਰਿਤ ਵੇਲਾ ਸਾਹਮਣਾ ਨਿਤਨੇਮ ਕਰਨਾ। ਪਰ ਉਸ ਬੰਦੇ ਦੇ ਮਨ ਵਿੱਚ ਗੁਰੂ ਦੇ ਵਾਸਤੇ ਪ੍ਰੇਮ ਬਹੁਤ ਹੀ ਜ਼ਿਆਦਾ ਹੈ। ਪ੍ਰੇਮ ਪ੍ਰਵਾਹ ਵਜੈ ਨਿਤ ਜਿਨਕੇ। ਔਰ ਸਤਿਗੁਰੂ ਜੀ ਕਹਿੰਦੇ ਕਿ ਜਿਨ੍ਹਾਂ ਦੇ ਮਨ ਵਿੱਚ ਸਦਾ ਹੀ ਪ੍ਰੇਮ ਵੱਧਦਾ ਹੈ, ਵਸੀ ਭੂਤ ਪ੍ਰਬੋਧਮ ਜਿਨਕੇ। ਉਹ ਬੰਦਿਆਂ ਦੇ ਕਹਿੰਦੇ ਕਿ ਵਸੀਕਾਰ ਹੋ ਜਾਂਦਾ ਹੈ ਪਰਮਾਤਮਾ। ਇੱਕ ਬੰਦਾ ਤੇ ਹੋ ਗਿਆ ਜੀ ਜਿਹਦਾ ਅੰਮ੍ਰਿਤ ਵੇਲਾ ਤੈਅ ਆ ਕਿ ਉਹਨੇ ਆਪਣਾ ਅੰਮ੍ਰਿਤ ਵੇਲਾ ਵੀ ਸਾਂਭਣਾ, ਆਪਣਾ ਨਿਤਨੇਮ ਵੀ ਕਰਨਾ ਤੇ ਆਪਣੇ ਨੇਮ ਨਾਲ, ਆਪਣੀ ਮਰਿਆਦਾ ਨਾਲ ਗੁਰੂ ਘਰ ਆ ਕੇ ਦਰਸ਼ਨ ਵੀ ਕਰਨੇ। ਸਤਿਗੁਰੂ ਜੀ ਕਹਿੰਦੇ ਉਹ ਬੰਦੇ ਤਾਂ ਸੰਸਾਰ ਵਿੱਚ ਮੁਕਤ ਹੁੰਦੇ ਆ। ਦੂਜੇ ਪਾਸੇ ਇੱਕ ਬੰਦਾ ਲਾ ਲਓ ਜਿਹਦੀ ਕੋਈ ਮਰਿਆਦਾ ਨਹੀਂ, ਨਾ ਕੋਈ ਉੱਠਣ ਦੀ, ਨਾ ਜਾਗਣ ਦੀ, ਨਾ ਬਾਣੀ ਪੜ੍ਹਨ ਦੀ, ਨਾ ਗੁਰੂ ਦੇ ਹਜ਼ੂਰੀ ਵਿੱਚ ਆਉਣ ਦੀ, ਪਰ ਉਸ ਬੰਦੇ ਦੇ ਮਨ ਵਿੱਚ ਪ੍ਰੇਮ ਬਹੁਤ ਹੀ ਜ਼ਿਆਦਾ ਹੈ। ਤੇ ਸਤਿਗੁਰੂ ਜੀ ਕਹਿੰਦੇ ਪ੍ਰੇਮ ਨੂੰ ਵੇਖ ਕਰਕੇ ਫਿਰ ਪਰਮਾਤਮਾ ਵੀ ਉਹਦੇ ਵਸੀਕਾਰ ਹੋ ਜਾਂਦਾ ਹੈ। ਆਪਾਂ ਗੁਰਬਾਣੀ ਵਿੱਚ ਸਰਵਣ ਕਰਦੇ ਆ ਨਾ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜਿਨ੍ਹਾਂ ਨੇ ਪ੍ਰੇਮ ਕੀਤਾ ਹੈ ਉਹੀ ਗੁਰੂ ਨੂੰ ਪਾਉਂਦੇ ਹਨ। ਬਿਨਾ ਪ੍ਰੇਮ ਸਿਮਰਨ ਅਰ ਸੇਵਾ। ਬਿਨਾ ਪ੍ਰੇਮ ਤੋਂ ਕਹਿੰਦੇ ਚਾਹੇ ਸੇਵਾ ਕਰ ਲੋ ਤੇ ਭਾਵੇਂ ਸਿਮਰਨ ਕਰ ਲੋ। ਫਲ ਹੋਇ ਧੂਰੋ ਹੋਇ ਲਭ ਏਵਾ। ਜਿਨ੍ਹਾਂ ਚਿਰ ਸੰਗਤ ਦੀ ਮਨ ਵਿੱਚ ਪ੍ਰੇਮ ਨਹੀਂ, ਉਹਨਾਂ ਚਿਰ ਨਾ ਤਾਂ ਸਿਮਰਨ ਕੀਤਾ ਸਫਲ ਆ ਤੇ ਨਾ ਹੀ ਸੇਵਾ ਕੀਤੀ। ਸੇਵਾ ਤਾਂ ਸਫਲ ਹੁੰਦੀ ਹੈ ਜੇ ਮਨ ਦੇ ਵਿੱਚ ਪ੍ਰੇਮ ਹੋਵੇਗਾ। ਸਿਮਰਨ ਜਪਿਆ ਹੋਇਆ, ਸਿਮਰਨ ਕੀਤਾ ਹੋਇਆ ਤਾਂ ਸਾਡਾ ਥਾਂ ਪੈਂਦਾ ਜੇ ਮਨ ਵਿੱਚ ਪ੍ਰੇਮ ਹੋਵੇਗਾ। ਜੇ ਪ੍ਰੇਮ ਹੋਵੇਗਾ ਫਿਰ ਸਿਮਰਨ ਕਰਾਂਗੇ ਤੇ ਉਹਦਾ ਫਲ ਬਹੁਤ ਮਿਲਦਾ ਆ। ਸਤਿਗੁਰੂ ਜੀ ਕਹਿੰਦੇ ਪ੍ਰੇਮ ਤੋਂ ਬਗੈਰ ਕੋਈ ਵੀ ਚੀਜ਼ ਕਰਦੇ ਉਹਦਾ ਫਲ ਨਹੀਂ ਮਿਲਦਾ। ਇਹ ਦੋਨੋਂ ਹੋ ਮਨੇ ਪਰਮੁ ਪ੍ਰੇਮ। ਹੁਣ ਸਤਿਗੁਰੂ ਜੀ ਕਹਿੰਦੇ ਦੋਵਾਂ ਵਿੱਚੋਂ ਸਿੱਖੋ, ਤੁਸੀਂ ਦੱਸੋ ਹਾਂ ਕਿ ਕਿਹੜਾ ਮੁਕਤੀ ਛੇਤੀ ਪਾਊਗਾ। ਇੱਕ ਹੋ ਗਿਆ ਪ੍ਰੇਮੀ ਬੰਦਾ ਤੇ ਦੂਸਰਾ ਹੈ ਜਿਹੜਾ ਨੇਮੀ ਬੰਦਾ ਹੈ। ਹੁਣ ਸਤਿਗੁਰੂ ਜੀ ਕਹਿੰਦੇ ਇਵੇਂ ਹੀ ਰਾਮਾ ਤੇ ਰਾਮਦਾਸ ਆ, ਇੱਕ ਦੇ ਵਿੱਚ ਪ੍ਰੇਮ ਆ, ਦੂਜੇ ਦੇ ਵਿੱਚ ਨੇਮ ਆ। ਆਪਾਂ ਇਹਨਾਂ ਵਿੱਚੋਂ ਵੇਖ ਲੈਂਦੇ ਆ ਕਿ ਪ੍ਰੇਮ ਕਿਹਦੇ ਵਿੱਚ ਜ਼ਿਆਦਾ ਆ। ਜਿਹੜਾ ਪ੍ਰੇਮੀ ਹੋਵੇਗਾ ਉਹਨੂੰ ਗੁਰਿਆਈ ਦੇ ਦੇਵਾਂਗੇ। ਤਾਰ ਧਮ ਜਿਮ ਤਿਵ ਤੈ ਰਹੇ ਸ਼ੇਮ। ਹੁਣ ਕਹਿੰਦੇ ਕਿ ਜਿਹਦੇ ਮਨ ਦੇ ਵਿੱਚ ਪ੍ਰੇਮ ਜ਼ਿਆਦਾ ਹੋਵੇਗਾ ਉਹ ਬੰਦਾ ਗੁਰਿਆਈ ਦੀ ਜੋ ਗੱਦੀ ਹੈ ਉਹ ਲੈ ਲਵੇਗਾ। ਤੇ ਪ੍ਰੇਮ ਸਤਿਗੁਰੂ ਜੀ ਕਹਿੰਦੇ ਕਿ ਘਟਦੀ ਹੁੰਦਾ ਆ, ਵੱਧਦੀ ਹੁੰਦਾ ਹੈ। ਪ੍ਰੇਮ ਹਮੇਸ਼ਾ ਘਟਦਾ ਵੱਧਦਾ ਰਹਿੰਦਾ ਹੈ। ਪ੍ਰੇਮ ਬਸ ਬੋਧ ਪ੍ਰੇਮ ਲਗ ਘਨੋ। ਹੁਣ ਕਹਿੰਦੇ ਕਿ ਜਿਹੜਾ ਪ੍ਰੇਮ ਹੁੰਦਾ ਆ, ਉਹ ਪ੍ਰੇਮ ਜਦੋਂ ਕਿਸੇ ਸਿੱਖ ਦੇ ਅੰਦਰ ਹੁੰਦਾ ਆ, ਉਹ ਪ੍ਰੇਮ ਨੂੰ ਵੇਖ ਕਰਕੇ ਗੁਰੂ ਫਿਰ ਆਪਣੇ ਸਿੱਖ ਦੇ ਵਸੀਕਾਰ ਹੋ ਜਾਂਦਾ ਹੈ। ਅੰਗ ਸੰਗ ਰਹੇ ਨਿਤ ਨਿਤ ਸਨੋ। ਫਿਰ ਕਹਿੰਦੇ ਕਿ ਨਿਤਾ ਪ੍ਰਤੀ ਹੀ ਗੁਰੂ ਅੰਗ ਸੰਗ ਰਹਿੰਦਾ ਹੈ। ਕਿਉਂ
ਕਿਉਂਕਿ ਸਿੱਖ ਹਮੇਸ਼ਾ ਹੀ ਗੁਰੂ ਦੇ ਨਾਲ ਪ੍ਰੇਮ ਕਰਦਾ ਹੈ। ਪਰਖੇ ਜਾਏ ਨਾ ਜੇ ਤੁਮ ਪਾਸੇ। ਹੁਣ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਸਿੱਖੋ ਜੇ ਤੁਹਾਡੇ ਕੋਲੋਂ ਪਰਖ ਨਹੀਂ ਪਾਈ ਜਾਂਦੀ ਤਾਂ ਜਿਸਕੇ ਹਿਰਦੇ ਪ੍ਰੇਮ ਅਬਿਨਾਸ਼ੀ। ਫਿਰ ਕਹਿੰਦੇ ਆਪਾਂ ਪਰਖ ਪਾ ਲੈਨੇ ਆ। ਜੇ ਤੁਹਾਡੇ ਕੋਲੋਂ ਨਹੀਂ ਪਛਾਣਿਆ ਜਾਂਦਾ ਗੁਰਿਆਈ ਕਿਹਨੂੰ ਮਿਲੇਗੀ? ਫਿਰ ਆਪਾਂ ਪਛਾਣ ਲੈਨੇ ਆ। ਆਪਾਂ ਤੇ ਇੱਕ ਪਰਖ ਪਾ ਦਿੰਦੇ ਹਾਂ ਇਹਨਾਂ ਦੇ ਉੱਤੇ। ਗੁਰੂ ਸਾਹਿਬ ਜੀ ਕਹਿੰਦੇ ਆਪਾਂ ਪਰਖ ਪਾ ਕੇ ਵੇਖ ਲੈਨੇ ਆ ਕਿ ਰਾਮਾ ਗੁਰਿਆਈ ਦੇ ਕਾਬਲ ਆ ਜਾਂ ਫਿਰ ਰਾਮਦਾਸ। ਹੁਣ ਕਹਿੰਦੇ ਕਿ ਤੁਸੀਂ ਕੋਈ ਵੀ ਆਪਣੇ ਮਨ ਦੇ ਵਿੱਚ ਸ਼ੰਕਾ ਨਾ ਰੱਖੋ। ਅਸੀਂ ਤੁਹਾਨੂੰ ਪਰਖ ਪਾ ਕੇ ਦੱਸ ਦਿੰਨੇ ਆ। ਉਹਨਾਂ ਚਿਰ ਤੁਸੀਂ ਇਹ ਜਿਹੜੀ ਗੱਲ ਹੈ ਉਹਨੂੰ ਗੁਪਤ ਰੱਖਣਾ ਹੈ। ਕਿਸੇ ਨੂੰ ਦੱਸਣਾ ਨਹੀਂ ਕਿ ਗੁਰੂ ਅਮਰਦਾਸ ਮਹਾਰਾਜ ਜੀ ਗੁਰਿਆਈ ਦੀ ਪਰਖ ਪਾਉਣ ਲੱਗੇ। ਜੇ ਤੇ ਦੱਸ ਦੇਣਗੇ ਫਿਰ ਗੁਰੂ ਰਾਮਦਾਸ ਮਹਾਰਾਜ ਜੀ ਵੀ ਚੁਕੰਨੇ ਹੋ ਜਾਣਗੇ, ਭਾਈ ਰਾਮਾ ਜੀ ਵੀ ਚੁਕੰਨੇ ਹੋ ਜਾਣਗੇ, ਸਾਡੀ ਪਰਖ ਪੈਣੀ ਆ। ਸਤਿਗੁਰੂ ਸਾਹਿਬ ਜੀ ਸਿੱਖਾਂ ਨੂੰ ਕਹਿੰਦੇ ਪਰਖ ਪਾ ਕੇ ਤੁਹਾਨੂੰ ਦੱਸ ਦਵਾਂਗੇ, ਪਰ ਇਹ ਗੱਲ ਲੁਕਾ ਕੇ ਰੱਖਣੀ ਹੈ, ਕਿਸੇ ਨੂੰ ਦੱਸਣਾ ਨਹੀਂ ਹੈ। ਸਿੱਖਾਂ ਦੇ ਸਨੇਹ ਨੂੰ ਮਿਟਾਉਣ ਦੇ ਵਾਸਤੇ, ਉਹਨਾਂ ਦੇ ਸ਼ੰਕੇ ਨੂੰ ਮਿਟਾਉਣ ਦੇ ਵਾਸਤੇ ਉਸ ਸਮੇਂ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਕਿ ਆਪਣੇ ਤਖਤ ਉੱਤੇ ਵੇਖਣ ਲੱਗੇ ਕਿ ਕਿਹੜਾ ਟਿਕ ਸਕਦਾ ਹੈ। ਪੂਰੇ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਪਰਖਣ ਦੇ ਵਾਸਤੇ ਆਂਦੇ ਕਿ ਦੋਵਾਂ ਹੀ ਸਿੱਖਾਂ ਨੂੰ ਗੁਰੂ ਅਮਰਦਾਸ ਮਹਾਰਾਜ ਜੀਆਂ ਨੇ ਆਪਣੇ ਕੋਲ ਗੁਰੂ ਨਾਨਕ ਦੇ ਦਰਬਾਰ ਦੇ ਵਿੱਚ ਬੁਲਾਇਆ ਹੈ। ਇੱਕ ਸਿੱਖ ਰਾਮਾ ਆ, ਦੂਜਾ ਸਿੱਖ ਰਾਮਦਾਸ ਆ। ਇਹ ਦੋਵੇਂ ਹੀ ਸਿੱਖ ਉਸ ਸਮੇਂ ਗੁਰੂ ਅਮਰਦਾਸ ਮਹਾਰਾਜ ਜੀਆਂ ਦੇ ਕੋਲ ਆਏ ਹਨ। ਹੁਣ ਸੰਗਤ ਜੀ ਕਹਿੰਦੇ ਕਿ ਕੋਲ ਆਣ ਕਰਕੇ ਗੁਰੂ ਅਮਰਦਾਸ ਮਹਾਰਾਜ ਜੀ ਉਹਨਾਂ ਨੂੰ ਕਹਿਣ ਲੱਗੇ, ਗੁਰੂ ਅਮਰਦਾਸ ਮਹਾਰਾਜ ਜੀਆਂ ਨੇ ਦੋਵਾਂ ਸਿੱਖਾਂ ਨੂੰ ਨਾਲ ਲਿਆ, ਬੌਲੀ ਸਾਹਿਬ ਦੇ ਕੰਢੇ ਤੇ ਚਲੇ ਗਏ ਆ ਤੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਪਣੇ ਹੱਥ ਵਿੱਚ ਇੱਕ ਲਸ਼ਕ ਫੜੀ ਆ, ਜਾਨੀ ਕਿ ਇੱਕ ਸੋਟੀ ਫੜੀ ਹੈ। ਗੁਰੂ ਅਮਰਦਾਸ ਮਹਾਰਾਜ ਜੀ ਦਾ ਸਰੀਰ ਇਸ ਸਮੇਂ ਬਹੁਤ ਹੀ ਬਜ਼ੁਰਗ ਹੋਇਆ ਹੈ। ਸਤਿਗੁਰੂ ਸਾਹਿਬ ਜੀ ਹੁਣੀ ਇੱਕ ਥਾਂ ਉੱਤੇ ਖੜੇ ਹੋ ਗਏ ਆ। ਗੁਰੂ ਅਮਰਦਾਸ ਮਹਾਰਾਜ ਦੋਵਾਂ ਸਿੱਖਾਂ ਨੂੰ ਆਪਣੇ ਅੱਗੇ ਖੜੇ ਕਰ ਲਿਆ ਤੇ ਹੱਥ ਵਿੱਚ ਸਤਿਗੁਰਾਂ ਨੇ ਇੱਕ ਸੋਟੀ ਫੜੀ ਹੈ। ਭਾਈ ਰਾਮਾ ਜੀ ਹੁਣਾਂ ਨੂੰ ਗੁਰੂ ਅਮਰਦਾਸ ਮਹਾਰਾਜ ਜੀ ਕਹਿਣ ਲੱਗੇ, ਸਤਿਗੁਰੂ ਜੀ ਕਹਿੰਦੇ ਕਿ ਸਾਡੇ ਬਹਿਣ ਦੇ ਵਾਸਤੇ ਇੱਕ ਇਸ ਸਥਾਨ ਤੇ ਸਾਡੇ ਬਹਿਣ ਵਾਸਤੇ ਇੱਕ ਥੜਾ ਬਣਾਓ। ਅਸੀਂ ਚਾਹੁੰਦੇ ਹਾਂ ਕਿ ਇੱਥੇ ਇੱਕ ਥੜਾ ਬਵੇ, ਇੱਕ ਥੜਾ ਬਣੇ ਜਿਸ ਥੜੇ ਉੱਤੇ ਅਸੀਂ ਬੈਠ ਕਰਕੇ ਬੌਲੀ ਸਾਹਿਬ ਦਾ ਕੰਮ ਵੇਖਿਆ ਕਰੀਏ। ਇਹ ਕਹਿ ਕੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਸੋਟੀ ਦੇ ਨਾਲ ਇੱਕ ਲਕੀਰ ਖਿੱਚ ਦਿੱਤੀ ਕਿ ਆ ਜਿਹੜੀ ਲਕੀਰ ਖਿੱਚੀ ਹੈ ਇਹਦੇ ਉੱਤੇ ਚਨਾਈ ਕਰਨੀ ਹੈ। ਇਹ ਲਕੀਰ ਦੇ ਉੱਤੇ ਇੱਟਾਂ ਲਾਉਣੀਆਂ, ਉਹਦੇ ਵਿੱਚ ਮਿੱਟੀ ਭਰ ਕੇ ਇੱਕ ਥੜਾ ਬਣਾ ਦੇ। ਹੁਣ ਸਤਿਗੁਰੂ ਜੀ ਕਹਿੰਦੇ ਕਿ ਜਿੱਥੇ ਜਿੱਥੇ ਤੈਨੂੰ ਅਸੀਂ ਲਕੀਰ ਬਣਾ ਕੇ ਦਿੱਤੀ ਨਾ ਰਾਮਿਆ, ਇਹ ਲਕੀਰ ਉੱਤੇ ਚਨਾਈ ਕਰਕੇ ਸਾਡੇ ਵਾਸਤੇ ਥੜਾ ਬਣਾ ਕੇ ਦੇ। ਬਾਅਦ ਵਿੱਚ ਗੁਰੂ ਅਮਰਦਾਸ ਮਹਾਰਾਜ ਜੀ ਗੁਰੂ ਰਾਮਦਾਸ ਮਹਾਰਾਜ ਜੀਆਂ ਦੀ ਦਿਸ਼ਾ ਵੱਲ ਗਏ ਹਨ। ਹੁਣ ਸਤਿਗੁਰੂ ਸਾਹਿਬ ਜੀ ਗੁਰੂ ਰਾਮਦਾਸ ਮਹਾਰਾਜ ਜੀਆਂ ਦੇ ਕੋਲ ਜਾ ਕਰਕੇ ਖੜੇ ਹੋ ਗਏ। ਰਾਮਦਾਸ ਦੀ ਦਿਸ਼ਾ ਨਿਹਾਰਾ। ਗੁਰੂ ਅਮਰਦਾਸ ਮਹਾਰਾਜ ਜੀ ਖੜੇ ਹੋ ਕੇ ਰਾਮਦਾਸ ਮਹਾਰਾਜ ਵੱਲ ਵੇਖਣ ਲੱਗੇ ਹਨ। ਆਪਣਾ ਕੰਮ ਕਰਨ ਦੇ ਵਾਸਤੇ ਗੁਰੂ ਅਮਰਦਾਸ ਮਹਾਰਾਜ ਜੀਆਂ ਨੇ ਫਿਰ ਗੁਰੂ ਰਾਮਦਾਸ ਮਹਾਰਾਜ ਜੀਆਂ ਨੂੰ ਆਖਿਆ, ਆਂਦੇ ਰਾਮਦਾਸ ਸਾਡੇ ਬੈਠਣ ਦੇ ਵਾਸਤੇ ਇੱਥੇ ਇੱਕ ਥੜਾ ਬਣਾ ਕੇ ਦੇ। ਪਹਿਲਾਂ ਰਾਮੇ ਨੂੰ ਕਹਿ ਇੱਥੇ ਥੜਾ ਬਣਾ। ਹੁਣ ਰਾਮੇ ਨੂੰ ਕਹਿਣ ਤੋਂ ਮਗਰੋਂ ਫਿਰ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਕੋਲ ਆਏ ਆ। ਰਾਮਦਾਸ ਮਹਾਰਾਜ ਜੀ ਨੂੰ ਕਹਿਣ ਲੱਗੇ, ਰਾਮਦਾਸ
ਸਾਡੇ ਬਹਿਣ ਦੇ ਵਾਸਤੇ ਇੱਕ ਵਧੀਆ ਥੜਾ ਬਣਾ ਕੇ ਦੇ। ਪਰ ਲਕੀਰ ਕੋ ਤਿਸੇ ਬਤਾਇਓ। ਫਿਰ ਸੰਗਤ ਜੀ ਉਹ ਸੋਟੀ ਦੇ ਨਾਲ ਕਹਿੰਦੇ ਇੱਕ ਹੋਰ ਲਕੀਰ ਖਿੱਚ ਦਿੱਤੀ ਹੈ। ਇਸ ਵਿੱਚ ਕਹੀ ਕਰ ਤੁਮ ਜਿਨ ਭਾਇਓ। ਫਿਰ ਸਤਿਗੁਰੂ ਨੇ ਉਸੇ ਤਰੀਕੇ ਨਾਲ ਕਿਹਾ, ਰਾਮਦਾਸ ਆ ਲਕੀਰ ਦੇ ਉੱਤੇ ਇੱਟਾਂ ਲਾਈ ਤੇ ਚਨਾਈ ਕਰੀ। ਇਹ ਲਕੀਰ ਦੇ ਉੱਤੇ ਹੀ ਤੂੰ ਥੜਾ ਬਣਾਉਣਾ ਹੈ। ਤੇਰੀਆਂ ਇੱਟਾਂ, ਤੇਰੀ ਕੰਧ ਨਾ ਤਾਂ ਲਕੀਰ ਤੋਂ ਬਾਹਰ ਹੋਣੀਆਂ ਚਾਹੀਦੀਆਂ ਤੇ ਨਾ ਹੀ ਕੰਧ ਲਕੀਰ ਦੇ ਅੰਦਰ ਹੋਣੀਆਂ ਚਾਹੀਦੀਆਂ। ਜਿੱਥੇ ਜਿੱਥੇ ਲਕੀਰ ਬਣੀਆਂ ਉਸ ਲਕੀਰ ਉੱਤੇ ਹੀ ਇੱਟਾਂ ਲਾਉਣੀਆਂ ਹਨ। ਇਸ ਪਰ ਬੈਠੇ ਵਿਭ੍ਰਾਂ ਦਾ ਹਾਲ। ਹੁਣ ਸਤਿਗੁਰੂ ਜੀ ਕਹਿਣ ਲੱਗੇ ਕਿ ਤੇਰੇ ਥੜੇ ਉੱਤੇ ਅਸੀਂ ਸਵੇਰ ਵੇਲੇ ਬੈਠਿਆ ਕਰਾਂਗੇ। ਜਦੋਂ ਸਵੇਰ ਦਾ ਸਮਾਂ ਹੋਇਆ ਕਰੂਗਾ ਉਦੋਂ ਅਸੀਂ ਤੇਰੇ ਥੜੇ ਉੱਤੇ ਬੈਠਿਆ ਕਰਾਂਗੇ। ਇਸ ਪਰ ਸੰਧਿਆ ਹੋਏ ਸੁਖ ਨਾਲ। ਤੇ ਜਦੋਂ ਸੰਧਿਆ ਹੋਇਆ ਕਰੇਗੀ, ਜਦੋਂ ਸ਼ਾਮ ਦਾ ਵੇਲਾ ਹੋਇਆ ਕਰੇਗਾ, ਉਸ ਸਮੇਂ ਕਹਿੰਦੇ ਕਿ ਆਪਾਂ ਫਿਰ ਜਾ ਕਰਕੇ ਭਾਈ ਰਾਮਾ ਜੀ ਹੁਣਾਂ ਦੇ ਥੜੇ ਉੱਤੇ ਬੈਠਿਆ ਕਰਾਂਗੇ। ਇਹ ਬਤਾਏ ਸ੍ਰੀ ਸਤਿਗੁਰ ਦਏ। ਇਹ ਗੱਲ ਦੱਸ ਕੇ ਗੁਰੂ ਅਮਰਦਾਸ ਮਹਾਰਾਜ ਜੀ ਵਾਪਸ ਚਲੇ ਗਏ ਹਨ। ਇਸ ਨਾਲ ਦੋਨੋਂ ਮਿਲਦਾ ਲਏ। ਹੁਣ ਸੰਗਤ ਜੀ ਕਹਿੰਦੇ ਕਿ ਦੋਵਾਂ ਥਾਵਾਂ ਉੱਤੇ, ਇੱਕ ਥਾਂ ਉੱਤੇ ਗੁਰੂ ਰਾਮਦਾਸ ਮਹਾਰਾਜ ਖੜੇ ਆ, ਦੂਜੇ ਥਾਂ ਉੱਤੇ ਭਾਈ ਰਾਮਾ ਜੀ ਖਲੋਤੇ ਹਨ। ਪ੍ਰਥਕ ਪ੍ਰਥਕ ਫਲ ਬੈਠਣ ਮੇਰਾ। ਹੁਣ ਕਹਿੰਦੇ ਕਿ ਹੌਲੀ ਹੌਲੀ ਇਹ ਥੜਾ ਬਣਾ ਰਹੇ ਆ ਸਤਿਗੁਰੂ ਸਾਹਿਬ ਜੀਆਂ ਦੇ ਬਹਿਣ ਦੇ ਵਾਸਤੇ। ਲਗੇ ਬਰਾਬਰ ਕੋ ਤਿਸ ਮੇਰਾ। ਜਿੱਥੇ ਜਿੱਥੇ ਲਕੀਰ ਮਾਰੀ ਸੀ ਉਸ ਸਥਾਨ ਤੇ ਇੱਟਾਂ ਲਾ ਲਾ ਕੇ ਭਾਈ ਰਾਮਾ ਜੀ ਤੇ ਗੁਰੂ ਰਾਮਦਾਸ ਮਹਾਰਾਜ ਜੀ ਦੋ ਥੜੇ ਬਣਾ ਰਹੇ ਹਨ। ਦਿਨ ਸਗਰੇ ਮਹਿ ਕਾਰ ਕਰਾਏ। ਸਾਰਾ ਦਿਨ ਕਹਿੰਦੇ ਮਿਹਨਤ ਕੀਤੀ, ਸਾਰਾ ਦਿਨ ਕੰਮ ਕੀਤਾ ਹੈ। ਸੰਧਿਆ ਭਈ ਗੁਰੂ ਤਬ ਆਏ। ਸ਼ਾਮ ਦਾ ਵੇਲਾ ਹੋਇਆ, ਦੋਵੇਂ ਥੜੇ ਬਣ ਕੇ ਤਿਆਰ ਹੋ ਗਏ ਆ। ਸ਼ਾਮ ਨੂੰ ਗੁਰੂ ਅਮਰਦਾਸ ਮਹਾਰਾਜ ਜੀ ਆਏ ਹਨ। ਭਾਈ ਜੋ ਰਾਮੇ ਪੂਰਬ ਜੇਰੀ। ਹੁਣ ਭਾਈ ਰਾਮਾ ਜੀ ਉਹਨਾਂ ਨੇ ਜਿਹੜਾ ਥੜਾ ਬਣਾਇਆ ਸੀ ਉਹ ਥੜੇ ਨੂੰ ਗੁਰੂ ਅਮਰਦਾਸ ਮਹਾਰਾਜ ਜੀਆਂ ਨੇ ਆ ਕਰਕੇ ਵੇਖਿਆ। ਪਰਖਣ ਨਿਤ ਬੋਲੇ ਤਿਸ ਮੇਰੀ। ਹੁਣ ਰਾਮੇ ਦੀ ਪਰਖ ਪਾਉਣ ਦੇ ਵਾਸਤੇ ਗੁਰੂ ਅਮਰਦਾਸ ਮਹਾਰਾਜ ਜੀ ਥੜੇ ਨੂੰ ਵੇਖ ਕੇ ਬੋਲਣ ਲੱਗੇ। ਇਹ ਤੋਂ ਨੀਕੀ ਨਹੀਂ ਬਣਾਈ। ਸਤਿਗੁਰੂ ਜੀ ਕਹਿੰਦੇ ਨਹੀਂ ਰਾਮਿਆ, ਜਿਹੜਾ ਤੈਨੂੰ ਥੜਾ ਕਿਹਾ ਸੀ ਉਹ ਥੜਾ ਤੇਰੇ ਕੋਲੋਂ ਬਣਿਆ ਨਹੀਂ। ਆ ਜਿਹੜਾ ਤੂੰ ਥੜਾ ਬਣਾਇਆ ਬਿਲਕੁਲ ਵੀ ਸਹੀ ਨਹੀਂ ਹੈ। ਇਹ ਸਾਰਾ ਹੀ ਥੜਾ ਤੂੰ ਗਲਤ ਬਣਾ ਦਿੱਤਾ ਹੈ। ਬੈਠਣ ਹੇਤ ਨਾ ਹੁਣ ਕਹੋ ਭਾਈ। ਕਹਿੰਦੇ ਕਿ ਸਾਨੂੰ ਪਾਉਂਦਾ ਨਹੀਂ ਕਿ ਅਸੀਂ ਗਲਤ ਥੜੇ ਉੱਤੇ ਆ ਕੇ ਬੈਠੇ। ਤੇਰਾ ਥੜਾ ਸਹੀ ਨਹੀਂ ਬਣਿਆ। ਕਰਿਓ ਖੇਦ ਸਭ ਨਿਸ਼ਫਲ ਗਇਓ। ਸਤਿਗੁਰੂ ਜੀ ਕਹਿੰਦੇ ਰਾਮਿਆ ਮਿਹਨਤ ਤੂੰ ਬੜੀ ਕੀਤੀ ਆ, ਸਾਰਾ ਦਿਨ ਖਪਿਆ ਪਰ ਜਿਹੜੀ ਤੇਰੀ ਮਿਹਨਤ ਆ ਉਹ ਬੇਕਾਰ ਗਈ ਹੈ, ਕਿਉਂਕਿ ਤੇਰਾ ਜਿਹੜਾ ਥੜਾ ਹੈ ਸਹੀ ਨਹੀਂ ਬਣਿਆ। ਇਹਦੀ ਕੰਧ ਉਸਾਰਤ ਭਇਓ। ਸਤਿਗੁਰੂ ਜੀ ਕਹਿੰਦੇ ਜਿੱਥੇ ਜਿੱਥੇ ਲਕੀਰ ਮਾਰੀ ਸੀ ਉੱਥੇ ਤੇਰੇ ਕੋਲੋਂ ਕੰਧ ਨਹੀਂ ਬਣੀ, ਤੂੰ ਕੰਧ ਨੂੰ ਟੇਢੀ ਕਰ ਦਿੱਤਾ ਹੈ। ਢਾਏ ਦੇਖੋ ਰਹਿ ਦੇਰ ਕਰੀਰ ਜਾਏ। ਸਤਿਗੁਰੂ ਜੀ ਕਹਿਣ ਲੱਗੇ ਢਾ ਦੇ, ਆ ਥੜਾ ਸਹੀ ਨਹੀਂ ਬਣਿਆ, ਇਸ ਥੜੇ ਨੂੰ ਤੂੰ ਢਾ ਦੇ ਤੇ ਦੇਰੀ ਨਾ ਲਾਈ, ਛੇਤੀ ਦੇ ਨਾਲ ਇਸ ਥੜੇ ਨੂੰ ਢਾਉਣਾ ਕਰ। ਅਮਰੋ ਕਹਿਓ ਠੀਕ ਸੁਣ ਲੀਜੇ। ਔਰ ਸਤਿਗੁਰੂ ਜੀ ਕਹਿੰਦੇ ਸਾਡੀ ਕਹੀ ਹੋਈ ਗੱਲ ਚੰਗੀ ਤਰੀਕੇ ਨਾਲ ਤੂੰ ਰਾਮਿਆ ਸੁਣਨਾ ਕਰ। ਇਹ ਦੇਸ਼ ਸੂਦੀ ਪੀਤ ਜਨਾਬ। ਕਹਿੰਦੇ ਇਹ ਥੜਾ ਬਣਾ ਕੇ ਇੱਕ ਸੋਹਣਾ ਥੜਾ ਫੇਰ ਬਣਾ, ਸਹੀ ਥੜਾ ਬਣਾ ਜਿਹਦੀ ਸਿੱਧੀ ਕੰਧ ਹੋਵੇ। ਬਾਹਰ ਵੇਦ ਦਾ ਭਲੇ ਬਣਾਵਾ। ਸਤਿਗੁਰੂ ਜੀ ਕਹਿੰਦੇ ਫੇਰ ਬਣਾ ਲੈ ਇੱਕ ਵਾਰੀ ਥੜਾ। ਰਾਮਿਆ ਆ ਥੜਾ ਸਹੀ ਨਹੀਂ ਬਣਿਆ, ਇਹਨੂੰ ਢਾ ਕੇ ਇੱਕ ਨਵਾਂ ਥੜਾ ਬਣਾ। ਸਨ ਰਾਮੇ ਹਰ ਭੰਗ ਬਣਿਓ ਹੈ। ਹੁਣ ਸੰਗਤ ਜੀ ਕਹਿੰਦੇ ਕਿ ਜਦੋਂ ਰਾਮੇ ਨੇ ਇਹ ਗੱਲ ਸੁਣੀ ਨਾ ਤੇ ਨਾਲ ਹੀ ਜਿਹੜੀ ਰਾਮੇ ਦੀ ਉਮੀਦ ਸੀ ਨਾ ਉਹ ਸਾਰੀ ਟੁੱਟ ਗਈ। ਰਾਮੇ ਨੇ ਸੋਚਿਆ ਕਿ ਸਤਿਗੁਰੂ ਬੜੇ ਖੁਸ਼ ਹੋਣਗੇ, ਪਰ ਜਦੋਂ ਸਤਿਗੁਰਾਂ ਨੇ ਕਿਹਾ ਕੰਧਾਂ ਹੀ ਟੇਢੀਆਂ ਬਣਾ ਦਿੱਤੀਆਂ ਆ, ਉਦੋਂ ਫਿਰ ਕਹਿੰਦੇ ਕਿ ਰਾਮੇ ਦਾ ਜਿਹੜਾ ਦਿਲ ਆ ਨਾ ਇੱਕ ਵਾਰੀ ਟੁੱਟ ਗਿਆ ਗੱਲਾਂ ਸੁਣ ਕੇ। ਇਹ ਮਨ ਆਸ਼ੀ ਜਾਣ ਭਇਓ ਹੈ। ਉਸ ਸਮੇਂ ਸੰਗਤ ਜੀ ਇਹ ਜਿਹੜਾ ਰਾਮਾ ਹੈ ਉਹ ਕਹਿੰਦੇ ਕਿ ਕਹਿਣ ਲੱਗਾ ਨਹੀਂ ਜੀ ਮੈਂ ਤਾਂ ਜਿਹੜੀ ਥੜੇ ਦੀ ਉਸਾਰੀ ਕੀਤੀ ਬੜੀ ਸੋਹਣੀ ਕੀਤੀ ਆ, ਜਿਵੇਂ ਤੁਸੀਂ ਆਖਿਆ ਸੀ ਉਵੇਂ ਹੀ ਮੈਂ ਥੜਾ ਬਣਾਇਆ ਹੈ। ਜਿਵੇਂ ਦੋਨੋਂ ਤਹੀਓ ਤਥਾ ਬਣਾਵਾਈ। ਗੁਰੂ ਸਾਹਿਬ ਜੀ ਤੁਸੀਂ ਕਹਿੰਦੇ ਟੇਢੀਆਂ ਕੰਧਾਂ ਕਰਦੀਆਂ, ਮੈਂ ਤਾਂ ਉਵੇਂ ਹੀ ਕੰਧਾਂ ਬਣਾਈਆਂ ਜਿਵੇਂ ਤੁਸੀਂ ਆਖਿਆ ਸੀ। ਉਹ ਕਾਰਨ ਮਾਰ ਦੇਣਾ ਭਾਈ। ਸਤਿਗੁਰੂ ਸਾਹਿਬ ਜੀ ਨੇ ਕਿਹਾ ਨਹੀਂ, ਜਿਵੇਂ ਅਸੀਂ ਕਿਹਾ ਸੀ ਉਵੇਂ ਤੇਰੇ ਕੋਲੋਂ ਥੜਾ ਨਹੀਂ ਬਣਿਆ। ਸੁੰਦਰ ਬਣੀ ਬੈਠ ਦੇ ਲਾਇਕ। ਸਤਿਗੁਰੂ ਸਾਹਿਬ ਜੀ ਨੇ ਕਹਿਣ ਲੱਗਾ ਸਤਿਗੁਰੂ ਜੀ ਸੋਹਣਾ ਬਣਿਆ। ਰਾਮਾ ਕਹਿੰਦਾ
ਕਹਿੰਦਾ ਸੋਹਣਾ ਬਣਿਆ ਸਤਿਗੁਰੂ ਜੀ ਆ ਕੇ ਉਹ ਥੜੇ ਉੱਤੇ ਬਹਿ ਜਾਇਆ ਕਰੋ। ਸਭੁਖ ਖੜੇ ਰਸੇ ਜਹ ਪਾਇਤ ਸਤਿਗੁਰੂ ਸਾਹਿਬ ਜੀ ਇੱਥੇ ਬੈਠ ਕਰਕੇ ਤੁਸੀਂ ਸਾਰੇ ਸਿੱਖਾਂ ਦੇ ਦਰਸ਼ਨ ਕਰਿਆ ਕਰੋ। ਤੁਸੀਂ ਕਹਿੰਦੇ ਕੰਧਾਂ ਟੇਢੀਆਂ ਬਣ ਗਈਆਂ, ਸਹੀ ਨਹੀਂ ਬਣਿਆ, ਪਰ ਮੈਨੂੰ ਲੱਗਦਾ ਥੜਾ ਬਿਲਕੁਲ ਠੀਕ ਆ। ਤੁਸੀਂ ਥੜੇ ਉੱਤੇ ਆ ਕੇ ਬੈਠਿਆ ਕਰੋ, ਸਿੱਖਾਂ ਦੇ ਕੰਮ ਨੂੰ ਵੇਖਿਆ ਕਰੋ, ਸਿੱਖਾਂ ਦੀ ਕਮਾਈ ਨੂੰ ਵੇਖਿਆ ਕਰੋ। ਮੇਰੋ ਦੋਸ਼ ਨਾ ਜਾਣਤ ਕੋਈ। ਮਨ ਕਹਿੰਦੇ ਕਿ ਮੇਰਾ ਕੋਈ ਦੋਸ਼ ਨਹੀਂ ਹੈ। ਰਾਮਾ ਕਹਿੰਦਾ ਜਿਵੇਂ ਦਾ ਤੁਸੀਂ ਥੜਾ ਕਿਹਾ ਸੀ ਉਵੇਂ ਦਾ ਮੈਂ ਬਣਾ ਦਿੱਤਾ ਆ। ਗੁਰੂ ਅਮਰਦਾਸ ਮਹਾਰਾਜ ਮੇਰਾ ਇਹਦੇ ਵਿੱਚ ਕੋਈ ਕਸੂਰ ਨਹੀਂ ਹੈ। ਆਪ ਕਹੀ ਜਬਤ ਥਾ ਸੋ ਹੋਈ। ਜਿਵੇਂ ਸਤਿਗੁਰੂ ਜੀ ਤੁਸੀਂ ਕਿਹਾ ਸੀ ਉਵੇਂ ਹੀ ਮੈਂ ਥੜਾ ਬਣਾ ਦਿੱਤਾ ਹੈ। ਤੀਨ ਜਤਨ ਮੈਂ ਭਲੇ ਸੁਧਾਰੀ। ਮੈਂ ਤਾਂ ਸਤਿਗੁਰੂ ਜੀ ਬੜੇ ਯਤਨ ਕੀਤੇ ਆ, ਕੱਲੀ ਕੱਲੀ ਗੱਲ ਦਾ ਧਿਆਨ ਰੱਖ ਕੇ ਸੋਹਣਾ ਥੜਾ ਬਣਾਇਆ ਹੈ। ਜਮ ਰਾਵਣ ਨੇ ਰੀਤ ਪੁਜਾਰੀ। ਜਿਵੇਂ ਵੀ ਤੁਸੀਂ ਸਤਿਗੁਰੂ ਜੀ ਮੈਨੂੰ ਕਿਹਾ ਸੀ ਉਵੇਂ ਹੀ ਮੈਂ ਥੜਾ ਬਣਾ ਕੇ ਤੁਹਾਨੂੰ ਦਿੱਤਾ ਆ। ਇਹ ਰਾਮਾ ਕਹੀ ਰਹੀਉ ਘਟੇਗਾ। ਇਹ ਰਾਮਾ ਕਹਿੰਦੇ ਇਹਦਾ ਬੜਾ ਕਹਿੰਦਾ ਰਿਹਾ ਕਿ ਸਤਿਗੁਰੂ ਜੀ ਸ਼ਾਇਦ ਮੰਨ ਜਾਣਗੇ, ਸ਼ਾਇਦ ਥੜਾ ਢਾਉਣ ਦੇ ਵਾਸਤੇ ਨਹੀਂ ਆਖਣਗੇ। ਸ਼੍ਰੀ ਗੁਰੂ ਮਹਿਬਾਨੀ ਦੇ ਸੁਨੇਹਾ। ਫਿਰ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਤੂੰ ਜੇ ਏਦਾਂ ਨਹੀਂ ਢਾਉਣਾ ਤੇ ਸਾਡੇ ਸਾਹਮਣੇ ਹੁਣੇ ਢਾ। ਸਤਿਗੁਰੂ ਸਾਹਿਬ ਜੀ ਨੇ ਕਹਿੰਦੇ ਕਿ ਆਪਣੇ ਨਾਲ ਕੁਝ ਸਿੱਖਾਂ ਨੂੰ ਲਿਆ ਤੇ ਉਸੇ ਵੇਲੇ ਹੀ ਉਹ ਥੜਾ ਢਵਾ ਦਿੱਤਾ ਹੈ। ਸਤਿਗੁਰੂ ਸਾਹਿਬ ਜੀ ਨੇ ਫਿਰ ਉਹੀ ਸੋਟੀ ਫੜੀ ਤੇ ਸੋਟੀ ਦੇ ਨਾਲ ਇੱਕ ਨਵੀਂ ਜਿਹੜੀ ਲਕੀਰ ਆ ਖਿੱਚ ਦਿੱਤੀ ਹੈ। ਕਹਿੰਦੇ ਰਾਮਿਆ ਹੁਣ ਆ ਜਿਹੜੀ ਲਕੀਰ ਖਿੱਚੀ ਨਾ ਨਵੀਂ, ਇਹ ਲਕੀਰ ਉੱਤੇ ਥੜਾ ਬਣਾਵੀਂ, ਹੁਣ ਨਾ ਕਿਤੇ ਗਲਤੀ ਕਰਦੇ। ਇਹ ਥੜਾ ਢਵਾ ਕੇ ਹੁਣ ਗੁਰੂ ਅਮਰਦਾਸ ਮਹਾਰਾਜ ਜੀ ਦੂਜੇ ਥੜੇ ਵੱਲ ਗਏ ਹਨ। ਜਿੱਥੇ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਹਨ। ਗੁਰੂ ਰਾਮਦਾਸ ਮਹਾਰਾਜ ਜੀਆਂ ਦੇ ਲਾਗੇ ਜਾ ਕੇ ਗੁਰੂ ਅਮਰਦਾਸ ਮਹਾਰਾਜ ਜੀ ਖੜੇ ਹੋ ਗਏ ਹਨ। ਸਭ ਤੋਂ ਪਹਿਲਾਂ ਗੁਰੂ ਰਾਮਦਾਸ ਮਹਾਰਾਜ ਜੀਆਂ ਨੇ ਦੋਵੇਂ ਹੱਥ ਜੋੜ ਕੇ ਗੁਰੂ ਅਮਰਦਾਸ ਮਹਾਰਾਜ ਜੀਆਂ ਦੇ ਚਰਨਾਂ ਉੱਤੇ ਨਮਸਕਾਰ ਕੀਤੀ ਹੈ। ਕਹਿੰਦੇ ਜਿੰਨਾ ਚਿਰ ਗੁਰੂ ਅਮਰਦਾਸ ਮਹਾਰਾਜ ਜੀ ਖੜਾ ਵੇਖਦੇ ਰਹੇ ਉਹਨਾਂ ਚਿਰ ਗੁਰੂ ਰਾਮਦਾਸ ਮਹਾਰਾਜ ਜੀਆਂ ਨੇ ਆਪਣੀ ਧੌਣ ਨਹੀਂ ਉੱਚੀ ਕੀਤੀ, ਆਪਣਾ ਸੀਸ ਝੁਕਾ ਕਰਕੇ ਖਲੋਤੇ ਰਹੇ ਹਨ। ਸ੍ਰੀ ਗੁਰੂ ਅਮਰਦਾਸ ਗੁਰੂ ਅਮਰਦਾਸ ਮਹਾਰਾਜ ਜੀ ਖੜਾ ਵੇਖ ਕੇ ਗੁਰੂ ਰਾਮਦਾਸ ਮਹਾਰਾਜ ਜੀਆਂ ਨੂੰ ਕਹਿਣ ਲੱਗੇ ਆਦੇ ਰਾਮਦਾਸ ਜਿਹੋ ਜਿਹਾ ਥੜਾ ਕਿਹਾ ਸੀ ਉਹੋ ਜਿਹਾ ਥੜਾ ਤੇਰੇ ਕੋਲੋਂ ਬਣਿਆ ਨਹੀਂ ਹੈ। ਜਿੱਦਾਂ ਤੈਨੂੰ ਅਸੀਂ ਥੜਾ ਦੱਸ ਕੇ ਗਏ ਸੀ ਉਦਾਂ ਤੇਰੇ ਕੋਲੋਂ ਥੜਾ ਨਹੀਂ ਬਣਿਆ। ਹੁਣ ਸਤਿਗੁਰੂ ਸਾਹਿਬ ਜੀ ਕਹਿਣ ਲੱਗੇ ਕਿ ਜਿਹੜੀ ਤੇਰੀ ਥੜੇ ਦੀ ਕੰਧ ਹੈ ਉਹ ਵੀ ਟੇਢੀ ਬਣ ਗਈ ਹੈ। ਸਤਿਗੁਰੂ ਜੀਆਂ ਨੇ ਇਹੋ ਗੱਲ ਆ ਕੇ ਰਾਮਦਾਸ ਨੂੰ ਆਖੀ, ਰਾਮਦਾਸ ਸਾਡੇ ਬੈਠਣ ਦੇ ਲਾਇਕ ਤੇਰੇ ਕੋਲੋਂ ਥੜਾ ਨਹੀਂ ਬਣਿਆ। ਇਸ ਕਰਕੇ ਰਾਮਦਾਸ ਇਹ ਜਿਹੜਾ ਥੜਾ ਹੈ ਨਾ ਇਹਨੂੰ ਢਾ ਦੇ, ਇਹ ਥੜਾ ਤੇਰਾ ਸਹੀ ਨਹੀਂ ਬਣਿਆ, ਇਸ ਨੂੰ ਢਾ ਦਵੋ। ਹੁਣ ਸੰਗਤ ਜੀ ਜਦੋਂ ਕਹਿੰਦੇ ਕਿ ਇਹ ਗੱਲ ਸੁਣੀ ਨਾ ਗੁਰੂ ਰਾਮਦਾਸ ਮਹਾਰਾਜ ਜੀ ਨੇ, ਗੱਲ ਸੁਣ ਕੇ ਗੁਰੂ ਰਾਮਦਾਸ ਮਹਾਰਾਜ ਜੀ ਬੜੇ ਸ਼ਰਮਿੰਦੇ ਹੋਏ ਹਨ। ਉਸ ਸਮੇਂ ਸੰਗਤ ਜੀ ਕਹਿੰਦੇ ਛੇਤੀ ਨਾਲ ਗੁਰੂ ਰਾਮਦਾਸ ਮਹਾਰਾਜ ਜੀ ਨੇ ਹੱਥ ਜੋੜੇ ਹਨ। ਹੱਥ ਜੋੜ ਕਰਕੇ ਗੁਰੂ ਰਾਮਦਾਸ ਮਹਾਰਾਜ ਜੀ ਨੇ ਆਪਣੇ ਹੱਥਾਂ ਦੇ ਨਾਲ ਗੁਰੂ ਅਮਰਦਾਸ ਮਹਾਰਾਜ ਜੀਆਂ ਦੇ ਚਰਨ ਫੜ ਲਏ ਹਨ। ਫਿਰ ਸੰਗਤ ਜੀ ਬੜੇ ਗਰੀਬ ਹੋ ਕੇ ਗੁਰੂ ਰਾਮਦਾਸ ਮਹਾਰਾਜ ਜੀ ਪੁੱਛਣ ਲੱਗੇ ਸਤਿਗੁਰੂ ਸਾਹਿਬ ਜੀ ਮੇਰੀ ਅਵੱਗਿਆ ਬਖਸ਼ ਦਿਓ, ਮੇਰੇ ਕੋਲੋਂ ਭੁੱਲ ਹੋ ਗਈ, ਗਲਤੀ ਹੋ ਗਈ ਕਿ ਮੇਰੇ ਕੋਲੋਂ ਥੜਾ ਸਹੀ ਨਹੀਂ ਬਣਿਆ, ਕਿਰਪਾ ਕਰਕੇ ਮੈਨੂੰ ਮਾਫ ਕਰ ਦਵੋ। ਸਤਿਗੁਰੂ ਜੀ ਮੈਂ ਤਾਂ ਮੱਤ ਤੋਂ ਹੀਣਾ ਆ, ਮੈਂ ਤਾਂ ਮੂਰਖ ਆ, ਮੈਨੂੰ ਨਹੀਂ ਪਤਾ ਕਿ ਕਿਵੇਂ ਥੜਾ ਬਣਨਾ ਸੀ। ਮੈਂ ਥੜਾ ਬਣਾਤਾ, ਮੇਰੇ ਕੋਲੋਂ ਗਲਤ ਬਣਿਆ, ਤੁਹਾਨੂੰ ਪਸੰਦ ਨਹੀਂ ਆਇਆ, ਕਿਰਪਾ ਕਰਕੇ ਮੈਨੂੰ ਮਾਫ ਕਰ ਦਵੋ। ਮੇਰੀ ਇੰਨੀ ਸੋਝੀ ਨਹੀਂ ਹੈ, ਮੇਰੇ ਵਿੱਚ ਇੰਨੀ ਮੱਤ ਨਹੀਂ ਹੈ। ਫਿਰ ਗੁਰੂ ਅਮਰਦਾਸ ਮਹਾਰਾਜ ਜੀ ਨੇ ਕਹਿੰਦੇ ਇਸ ਨੂੰ ਵੀ ਕਿਹਾ ਹੈ।
ਗੁਰ ਨੇ ਕੀਨ ਲਕੀਰ। ਫਿਰ ਸੰਗਤ ਜੀ ਕਹਿੰਦੇ ਕਿ ਸਤਿਗੁਰੂ ਸਾਹਿਬ ਜੀਆਂ ਨੇ ਇੱਕ ਨਵੀਂ ਜਿਹੜੀ ਲਕੀਰ ਹੈ ਉਹ ਖਿੱਚੀ ਹੈ। ਅਮਰ ਪ੍ਰਭਾਈ ਸਬਦ ਤਬੀਰ। ਸਤਿਗੁਰੂ ਸਾਹਿਬ ਜੀਆਂ ਨੇ ਦੱਸ ਦਿੱਤਾ ਰਾਮਦਾਸ ਉਹਨਾਂ ਜਿਹੜੀ ਨਵੀਂ ਲਕੀਰ ਖਿੱਚੀ ਨਾ, ਇਹ ਲਕੀਰ ਉੱਤੇ ਥੜਾ ਬਣਾਵੇ। ਕਰਮੋ ਚਿਨਾਵਨ ਦੋਨ ਹੋ ਫੇਰੇ। ਹੁਣ ਸੰਗਤ ਜੀ ਇਹ ਕਹਿੰਦੇ ਕਿ ਫੇਰ ਦੋਵੇਂ ਜਾਣੇ ਨਵੇਂ ਥੜੇ ਬਣਾਉਣ ਲੱਗ ਪਏ ਆ। ਇਮ ਕਹੇ ਸ੍ਰੀ ਗੁਰੂ ਦਮਨੇ ਡੇਰੇ। ਇਹ ਗੱਲ ਕਹਿ ਕੇ ਗੁਰੂ ਅਮਰਦਾਸ ਮਹਾਰਾਜ ਜੀ ਵਾਪਸ ਆਪਣੇ ਘਰੇ ਚਲੇ ਗਏ ਹਨ। ਜਿਹੜੇ ਥੜੇ ਬਣੇ ਸੀ ਉਹਨਾਂ ਨੂੰ ਢਵਾ ਕੇ ਦੋਵਾਂ ਨੂੰ ਦੱਸ ਕੇ ਹੁਣ ਪਤਾ ਲੱਗ ਨਹੀਂ ਰਿਹਾ ਨਾ ਕਿ ਕਿਹਦੇ ਮਨ ਦੇ ਵਿੱਚ ਜ਼ਿਆਦਾ ਪ੍ਰੇਮ ਹੈ। ਹੁਣ ਸਤਿਗੁਰੂ ਸਾਹਿਬ ਜੀ ਨੇ ਨਵੀਆਂ ਲਕੀਰਾਂ ਖਿੱਚ ਕਰਕੇ ਕਹਿੰਦੇ ਆਪਣੇ ਘਰ ਫੇਰ ਗੁਰੂ ਅਮਰਦਾਸ ਮਹਾਰਾਜ ਵਾਪਸ ਚਲੇ ਗਏ ਹਨ। ਹੁਣ ਸੰਗਤ ਜੀ ਕਹਿੰਦੇ ਕਿ ਰਾਤ ਬਤੀਤ ਹੋਈ ਆ। ਅੰਮ੍ਰਿਤ ਵੇਲੇ ਭਾਈ ਰਾਮਾ ਜੀ ਤੇ ਗੁਰੂ ਰਾਮਦਾਸ ਮਹਾਰਾਜ ਜੀ ਉੱਠੇ ਹਨ। ਹੁਣ ਸੰਗਤ ਜੀ ਇਹ ਦੋਵੇਂ ਕਹਿੰਦੇ ਕਿ ਫੇਰ ਆਪਣੇ ਕੰਮ ਤੇ ਲੱਗ ਗਏ ਨਵੇਂ ਥੜੇ ਬਣਾਉਣ ਵਾਸਤੇ। ਇੱਥੋਂ ਤੱਕ ਨਾ ਵਿਚਾਰ ਆਈ ਹੈ ਗੁਰੂ ਸਾਹਿਬ ਜੀ ਉਹਨਾਂ ਨੇ ਇਹਨਾਂ ਦੇ ਕੋਲੋਂ 3 ਥੜੇ ਬਣਾ ਕਰਕੇ ਵੇਖਣੇ ਆ। ਜਦੋਂ 3 ਥੜੇ ਭਾਈ ਰਾਮਾ ਜੀ ਉਹਨਾਂ ਨੇ ਬਣਾਤੇ ਤੇ 3 ਹੀ ਗੁਰੂ ਰਾਮਦਾਸ ਮਹਾਰਾਜ ਨੇ ਬਣਾਤੇ। ਉਸ ਤੋਂ ਬਾਅਦ ਸਤਿਗੁਰੂ ਸਾਹਿਬ ਜੀ ਦੱਸਣਗੇ ਕਿ ਗੁਰਿਆਈ ਦਾ ਤਿਲਕ ਕਿਸ ਨੂੰ ਮਿਲਣਾ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਿਰਪਾ ਕਰਨ ਆਪਣੇ ਪਵਿੱਤਰ ਇਤਿਹਾਸ ਦੀ ਕਥਾ ਵਿਚਾਰ ਆਪਣੀ ਕਿਰਪਾ ਦੇ ਨਾਲ ਆਪ ਹੀ ਕਰਵਾਉਂਦੇ ਰਹਿਣ। ਇੱਥੋਂ ਤੱਕ ਕਥਾ ਵਿਚਾਰ ਆਈ ਹੈ ਹੋਈਆਂ ਅਨੇਕਾਂ ਹੀ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਮਾਫ ਕਰਨੀਆਂ। ਗੁਰੂ ਅਮਰਦਾਸ ਮਹਾਰਾਜ, ਗੁਰੂ ਰਾਮਦਾਸ ਮਹਾਰਾਜ, ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਸਭ ਰੱਬ ਵਰਗੀਆਂ ਸੰਗਤਾਂ ਬਖਸ਼ਹਾਰ ਹੋ, ਕਿਰਪਾ ਕਰਕੇ ਬਖਸ਼ ਰਹਿਣਾ। ਅਰਦਾਸ ਬੇਨਤੀ ਕਰਨੀ ਕਥਾ ਵਿਚਾਰ ਕਰਨ ਦੀ ਜਾਚ ਆ ਜਾਵੇ। ਅਗਲੀ ਕਥਾ ਵਿੱਚ ਆਪਾਂ ਸਰਵਣ ਕਰਾਂਗੇ ਕਿ ਗੁਰਿਆਈ ਦਾ ਤਿਲਕ ਗੁਰੂ ਅਮਰਦਾਸ ਮਹਾਰਾਜ ਜੀ ਕਿਸ ਨੂੰ ਦੇਣਗੇ। ਸਤਿਗੁਰੂ ਸਾਹਿਬ ਜੀ ਕਿਰਪਾ ਕਰਨ। 2 ਪੰਕਤੀਆਂ ਪੜ੍ਹ ਕਰਕੇ ਸਮਾਪਤੀ ਹੈ ਜੀ। ਵਿਸਾ ਵਿਜੈ ਪੁਨ ਕਰ ਪਦਸਾਰ ਲਗੇ ਕਰਾਵਨ ਦੋਨ ਹੋਕਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।